ਪੇਪਰ ਦੇ ਵਿੱਚ ਕੁਐਸਚਨ ਆਇਆ ਕਿ ਗੁਰੂ ਨਾਨਕ ਨੂੰ ਐਕਸਪਲੇਨ ਕਰੋ ਆਪਣੇ ਵਰਡਸ ਦੇ ਵਿੱਚ, ਔਰ ਉਹ ਅੱਧੇ ਘੰਟੇ ਦਾ ਸਮਾਂ A ਤੋਂ ਲੈ ਕੇ Z ਤੱਕ ਕੋਈ ਵੀ ਐਸੀ ਜਿਹੜਾ ਹੈ ਉਹ ਅੱਖਰ ਹੀ ਨਹੀਂ ਬਣੇ, ਨਾ 35 ਅੱਖਰੀ ਨਾ ਅੰਗਰੇਜ਼ੀ ਦੇ ਅੱਖਰ, ਕਿ ਜਿਹੜੇ ਮੇਰੇ ਗੁਰੂ ਨਾਨਕ ਨੂੰ ਸਮਾ ਸਕਣ। ਜਦੋਂ ਆਪਾਂ ਉਹਨਾਂ ਦੇ ਇਨ ਡੈਪਥ ਜਾਂਦੇ ਹਾਂ ਨਾ, ਤਾਂ ਉਦੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਗੁਰੂ ਕੀ ਕਹਿ ਰਿਹਾ। ਪਰ ਉਹਦੇ ਵਾਸਤੇ ਸਾਨੂੰ ਉਹ ਆਸਰਾ ਗੁਰਬਾਣੀ ਦਾ ਲੈਣਾ ਪਊਗਾ। ਜੇ ਅਸੀਂ ਆਪ ਇਕੱਲੇ ਤੁਰ ਪਵਾਂਗੇ ਤਾਂ ਫਿਰ ਜਵਾਬ ਨਹੀਂ ਆਉਣੇ। ਇਹ ਨਹੀਂ ਆ ਕਿ ਤੁਸੀਂ ਮੇਲ ਐਂਡ ਯੂ ਆਰ ਅ ਫੀਮੇਲ, ਤੁਹਾਡਾ ਕੋਈ ਜੈਂਡਰ ਡਿਫਰੈਂਸ ਆ, ਨਹੀਂ। ਤੁਸੀਂ ਉਹ ਹੁੰਦੇ ਹੋ ਜੋ ਤੁਸੀਂ ਕੰਮ ਕਰਦੇ ਆ, ਤੁਸੀਂ ਆਪਣੇ ਡੀਡਸ ਦੇ ਬਣਦੇ ਆ, ਤੁਸੀਂ ਆਪਣੇ ਜੈਂਡਰ ਦੇ ਨਹੀਂ ਬਣਦੇ। ਇਸਤਰੀ ਪੁਰਖ ਹੋਏ ਕਹਿ ਕੀਆ ਓਏ ਕਰਮ ਕਮਾਹੀ, ਕਿ ਚਾਹੇ ਇਸਤਰੀ ਪੁਰਖ ਹੋ ਕੇ ਕੁਝ ਨਹੀਂ ਹੁੰਦਾ, ਤੁਸੀਂ ਇਸਤਰੀ ਹੋ ਪੁਰਖ ਹੋ, ਬਟ ਅਗਰ ਤੁਹਾਡੇ ਡੀਡਸ ਵਧੀਆ ਨਹੀਂ ਹੈਗੇ, ਤੁਸੀਂ ਉੱਚੀ ਨੀਚੀ ਦੀ ਗੱਲ ਹੀ ਨਹੀਂ ਕਰ ਸਕਦੇ। ਉੱਚਾ ਕੌਣ? ਜਿਹਦੇ ਕਰਮ ਉੱਚੇ, ਨੀਚਾ ਕੌਣ? ਜਿਹਦੇ ਕਰਮ ਨੀਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਸਾਨੂੰ ਆਪਣੇ ਬਹੁਤ ਸਾਰੇ ਜਿਹੜੇ ਕੁਐਸਚਨਸ ਨੇ ਉਹ ਵੀ ਭੇਜਦੇ ਆ, ਔਰ ਤੁਸੀਂ ਆਪਣੀਆਂ ਈਮੇਲਸ ਦੇ ਜ਼ਰੀਏ ਮੇਰਾ ਹੌਸਲਾ ਅਫਜ਼ਾਈ ਵੀ ਕਰਦੇ ਰਹਿੰਦੇ ਆ। ਇਸ ਸਾਰੇ ਕਾਸੇ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਤੁਹਾਡੀ ਹਰ ਇੱਕ ਈਮੇਲ ਦੇ ਨਾਲ ਮੈਨੂੰ ਬਹੁਤ ਇੱਕ ਬੂਸਟ ਮਿਲਦਾ ਆ ਕਿ ਚਲੋ ਜੋ ਮੈਂ ਕਰ ਰਹੀ ਹਾਂ ਉਹ ਕਿਸੇ ਲੇਖੇ ਲੱਗ ਰਿਹਾ, ਤੁਹਾਨੂੰ ਪਸੰਦ ਆ ਰਿਹਾ, ਜਾਂ ਸੰਗਤ ਦੀ ਕਚਹਿਰੀ ਦੇ ਵਿੱਚ ਉਹ ਕਿਤੇ ਨਾ ਕਿਤੇ ਖਰਾ ਉਤਰ ਰਿਹਾ ਆ। ਹਰ ਵਾਰੀ ਮੈਂ ਇਹੀ ਬੋਲਦੀ ਹਾਂ ਕਿ ਅਗਰ ਤੁਹਾਨੂੰ ਕਿਤੇ ਵੀ ਲੱਗੇ ਕਿ ਮੈਂ ਕੁਛ ਗਲਤ ਬੋਲਿਆ ਆ, ਜਾਂ ਤੁਹਾਨੂੰ ਲੱਗੇ ਕਿ ਮੈਨੂੰ ਕੁਛ ਹੋਰ ਇੰਪਰੂਵਮੈਂਟ ਕਰਨੀ ਚਾਹੀਦੀ ਸੀਗੀ ਇਹਦੇ ਵਿੱਚ, ਤਾਂ ਉਹਦੇ ਬਾਰੇ ਤੁਸੀਂ ਸਾਨੂੰ ਜ਼ਰੂਰ ਲਿਖਦੇ ਰਹੋ ਸਾਡੇ ਈਮੇਲ ਦੇ ਉੱਤੇ। ਈਮੇਲ ਹਰ ਇੱਕ ਪ੍ਰੋਗਰਾਮ ਦੇ ਵਿੱਚ ਥੱਲੇ ਲਿਖਿਆ ਹੁੰਦਾ ਆ, ਤੁਸੀਂ ਉਹ ਜ਼ਰੂਰ ਦੇਖਿਆ ਕਰੋ, ਔਰ ਜ਼ਰੂਰ ਆਪਣੇ ਕੁਐਸਚਨਸ ਜਿਹੜੇ ਆ ਉਹ ਸੈਂਡ ਕਰਿਆ ਕਰੋ। ਪਿਛਲੇ ਐਪੀਸੋਡ ਦੇ ਵਿੱਚ ਜਿਹੜੀ ਆਪਣੀ ਗੱਲ ਹੋਈ ਸੀਗੀ ਉਹ ਇਹ ਸੀ ਕਿ ਜਿਹੜੇ ਕੁਐਸਚਨ ਆਨਸਰਸ ਦੀ ਗੱਲ ਮੈਂ ਕੀਤੀ ਸੀ, ਔਰ ਮੈਂ ਬਾਅਦ 'ਚ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਅਗਲਾ ਜਿਹੜਾ ਐਪੀਸੋਡ ਹੈ ਉਹ ਆਪਾਂ ਕੁਐਸਚਨ ਆਨਸਰਸ ਦਾ ਨਹੀਂ ਕਰਕੇ ਮੇਨ ਸਟਰੀਮ ਦਾ ਹੀ ਕਰਾਂਗੇ। ਪਰ ਮੈਂ ਤੁਹਾਨੂੰ ਪਿਛਲੀ ਵਾਰੀ ਪ੍ਰੋਗਰਾਮ ਬੰਦ ਕਰਨ ਲੱਗਿਆ ਵੀ ਇੱਕ ਗੱਲ ਕੀਤੀ ਸੀਗੀ ਕਿ ਜਿਹੜਾ ਕੁਛ ਬੜੇ ਇੰਪੋਰਟੈਂਟ ਕੁਐਸਚਨਸ ਹੁੰਦੇ ਆ ਜਿਹੜੇ ਸੰਗਤ ਦੀ ਕਚਹਿਰੀ ਵਿੱਚ ਰੱਖਣੇ ਬਹੁਤ ਜ਼ਰੂਰੀ ਹੁੰਦੇ ਆ। ਕੁਛ ਐਸੇ ਸਵਾਲ ਹੁੰਦੇ ਆ ਜਿਨ੍ਹਾਂ ਨੂੰ ਜਵਾਬ ਦੇਣਾ ਲਾਜ਼ਮੀ ਹੋ ਜਾਂਦਾ, ਤੁਹਾਡੇ ਲਈ ਜ਼ਰੂਰੀ ਹੋ ਜਾਂਦਾ ਆ। ਕੁਛ ਐਸੇ ਹੀ ਸਵਾਲ ਮੈਂ, ਜਿਵੇਂ ਪਿਛਲੀ ਵਾਰੀ ਜਦੋਂ ਆਪਾਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਸੀਗੀ ਤਾਂ ਮੈਂ ਗੱਲ ਕੀਤੀ ਸੀ ਕਿ ਕੁਛ ਸਵਾਲ ਰਹਿ ਗਏ। ਉਹਨਾਂ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆ ਜਿਹੜਾ ਕਿ ਜਦੋਂ ਮੈਨੂੰ ਆਇਆ ਸੀ ਤਾਂ ਉਦੋਂ ਹੀ ਮੈਨੂੰ ਲੱਗਾ ਸੀਗਾ ਕਿ ਮੈਂ ਇਸ ਕੁਐਸਚਨ ਦਾ ਜਵਾਬ ਈਮੇਲ ਦੇ ਥਰੂ ਦੇ ਦਿਆਂ, ਪਰ ਫਿਰ ਮੈਨੂੰ ਲੱਗਾ ਕਿ ਨਹੀਂ, ਇਹ ਕੁਐਸਚਨ ਸੰਗਤ ਦੇ ਵਿੱਚ ਰੱਖਣ ਵਾਲਾ ਹੈ। ਕਿਉਂਕਿ ਐਸੇ ਕੁਐਸਚਨ ਜਿਹੜੇ ਨੇ ਉਹ ਹਮੇਸ਼ਾ ਸਾਡੇ ਬੱਚਿਆਂ ਨੂੰ ਪੁੱਛੇ ਜਾਂਦੇ ਨੇ, ਔਰ ਮੈਂ ਕਿਉਂ ਇਹ ਬੜੀ ਮੈਂ ਇੱਦਾਂ ਅਸਰਸ਼ਨ ਦੇ ਨਾਲ ਕਹਿ ਰਹੀ ਹਾਂ ਕਿ ਪੁੱਛੇ ਜਾਂਦੇ ਨੇ, ਕਿਉਂਕਿ ਵਾਕਈ ਹੀ ਇਹ ਸਵਾਲ ਮੈਨੂੰ ਵੀ ਕੀਤੇ ਗਏ, ਮੇਰੇ ਭੈਣ ਭਰਾਵਾਂ ਨੂੰ ਵੀ ਕੀਤੇ ਗਏ, ਮੇਰੇ ਕਜ਼ਨਸ ਨੂੰ ਵੀ, ਔਰ ਇਹ ਕੁਐਸਚਨਸ ਆਉਂਦੇ ਰਹਿੰਦੇ ਨੇ ਕਿਸੇ ਨਾ ਕਿਸੇ ਫੋਰਮ ਦੇ ਵਿੱਚ। ਇਸ ਕਰਕੇ ਜਿਹੜਾ ਮੈਨੂੰ ਲੱਗਾ ਕਿ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਉਹਦੇ ਵਿੱਚ ਮੈਂ ਕੁਐਸਚਨ ਦਾ ਜਵਾਬ ਦੇ ਦਿਆਂ ਤਾਂ ਚੰਗੀ ਗੱਲ ਆ, ਕਿਉਂਕਿ ਆਪਾਂ ਅਰਦਾਸ ਦੀ ਗੱਲ ਕਰ ਰਹੇ ਹਾਂ, ਅਤੇ ਹੁਣ ਜਿਹੜੇ ਅਗਲੀ ਗੱਲ ਹੋਣੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋਣੀ ਸੀ, ਕਿਉਂਕਿ ਗੁਰੂ ਨਾਨਕ ਨੂੰ ਧਿਆਉਣ ਦੀ ਗੱਲ ਹੋਣੀ ਸੀ। ਅਤੇ ਜਦੋਂ ਗੁਰੂ ਨਾਨਕ ਦੀ ਗੱਲ ਆਪਾਂ ਕਰਾਂਗੇ ਤਾਂ ਗੁਰੂ ਨਾਨਕ ਨੂੰ ਅੱਖਰਾਂ ਦੇ ਵਿੱਚ ਪਰੋਏ ਜਾਣਾ ਸੌਖਾ ਨਹੀਂ। ਮੈਂ ਕਿਤੇ ਪੜ੍ਹ ਰਹੀ ਸੀ ਤਾਂ ਕਿਸੇ ਇੱਕ ਬੱਚੇ ਨੇ, ਪਤਾ ਨਹੀਂ ਹੁਣ ਉਹ ਸੱਚ ਹੈ ਜਾਂ ਝੂਠ ਹੈ, ਬਟ ਇਹ ਲਿਖਿਆ ਹੋਇਆ ਸੀਗਾ ਕਿ ਇੱਕ ਬੱਚੇ ਨੂੰ ਇਸੇ ਕਰਕੇ ਪ੍ਰਾਈਜ਼ ਮਿਲਿਆ ਸੀਗਾ ਕਿ ਉਹਨੇ ਕੁਛ ਲਿਖਿਆ ਗੁਰੂ ਨਾਨਕ ਬਾਰੇ। ਤਾਂ ਉਹ ਕੀ ਲਿਖਿਆ, ਜਦੋਂ ਉਹਨਾਂ ਨੂੰ ਆਇਆ ਕਿ ਗੁਰੂ ਨਾਨਕ, ਪੇਪਰ ਦੇ ਵਿੱਚ ਕੁਐਸਚਨ ਆਇਆ ਕਿ ਗੁਰੂ ਨਾਨਕ ਨੂੰ ਐਕਸਪਲੇਨ ਕਰੋ ਆਪਣੇ ਵਰਡਸ ਦੇ ਵਿੱਚ, ਔਰ ਉਹ ਅੱਧੇ ਘੰਟੇ ਦਾ ਸਮਾਂ ਸੀ ਉਹਦੇ ਕੋਲ, ਅਤੇ ਬੱਚੇ ਨੇ ਪਹਿਲੇ 5-6 ਸੈਕਿੰਡ ਜਿਹੜਾ ਮਿੰਟ ਲਏ ਜਾਂ ਕੁਛ ਸੈਕਿੰਡਸ ਦੇ ਵਿੱਚ ਹੀ ਉਹਨੇ ਉੱਠ ਕੇ ਆਪਣੇ ਟੀਚਰ ਨੂੰ ਦੇ ਦਿੱਤਾ, ਔਰ ਉਹ ਬੱਚਾ ਜਿੱਤ ਗਿਆ। ਇਹ ਸੱਚ ਹੈ ਕਿ ਝੂਠ ਹੈ ਨਹੀਂ ਮੈਨੂੰ ਪਤਾ, ਬਟ ਜਿਹੜਾ ਉਹਦਾ ਮੈਸੇਜ ਸੀਗਾ ਉਹ ਬੜਾ ਚੰਗਾ ਮੈਸੇਜ ਆ। ਉਹ ਬੱਚੇ ਨੇ ਲਿਖਿਆ ਕੀ ਸੀ, ਉਹਨੇ ਲਿਖਿਆ ਸੀਗਾ ਕਿ ਊੜੇ ਤੋਂ ਲੈ ਕੇ, ਇਟ ਵਾਜ਼ ਇਨ ਇੰਗਲਿਸ਼, A ਤੋਂ ਲੈ ਕੇ Z ਤੱਕ ਕੋਈ ਵੀ ਐਸੀ ਜਿਹੜਾ ਹੈ ਉਹ ਅੱਖਰ ਹੀ ਨਹੀਂ ਬਣੇ, ਨਾ 35 ਅੱਖਰੀ ਨਾ ਅੰਗਰੇਜ਼ੀ ਦੇ ਅੱਖਰ, ਕਿ ਜਿਹੜੇ ਮੇਰੇ ਗੁਰੂ ਨਾਨਕ ਨੂੰ ਸਮਾ ਸਕਣ, ਗੁਰੂ ਨਾਨਕ ਦੀ ਹਸਤੀ ਨੂੰ ਸਮਾ ਸਕਣ। ਗੁਰੂ ਨਾਨਕ ਨੂੰ ਕਿਸੇ ਵੀ ਤਰੀਕੇ ਨਾਲ, ਗੁਰੂ ਨਾਨਕ ਪਾਤਸ਼ਾਹ ਨੂੰ ਅਗਰ ਮੈਂ ਸਮਝਾਉਣ ਦੀ ਆਪਾਂ ਗੱਲ ਕਰਨ ਲੱਗ ਜਾਈਏ ਤਾਂ ਬਹੁਤ ਬਾਹਰ ਦੀ ਗੱਲ ਹੋ ਜੂਗੀ, ਪਰ ਜਿੰਨਾ ਵੀ ਅਗਰ ਆਪਾਂ ਗੱਲ ਕਰਾਂਗੇ, ਜਦੋਂ ਵੀ ਆਪਾਂ
ਗੁਰੂ ਨਾਨਕ ਨੂੰ ਜਦੋਂ ਧਿਆਉਣ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਕੀ ਆਉਣਾ ਆ, ਗੁਰੂ ਨਾਨਕ ਦੀ ਕਿਹੜੀ ਗੱਲ ਨੂੰ ਆਪਾਂ ਦੇਖਣਾ। ਜਦੋਂ ਮੈਂ ਇਹ ਵੀ ਗੱਲ ਕਰੂੰਗੀ ਤਾਂ ਮੈਨੂੰ ਯਕੀਨ ਆ ਕਿ 4 ਐਪੀਸੋਡ ਤਾਂ ਆਰਾਮ ਨਾਲ ਨਿਕਲ ਜਾਣਗੇ। ਅਤੇ ਇਹ ਜਿਹੜਾ ਸਵਾਲ ਹੈ ਇਹ ਫਿਰ 4 ਐਪੀਸੋਡਸ ਦੇ ਬਾਹਰ ਹੋ ਕੇ ਪੈ ਜਾਣਾ ਸੀ, ਮਤਲਬ ਉਸ ਤੋਂ ਅੱਗੇ ਆ ਜਾਣਾ ਸੀਗਾ। ਇਸ ਕਰਕੇ ਮੈਨੂੰ ਲੱਗਾ, ਇਹ ਮੈਂ ਮਹਿਸੂਸ ਕੀਤਾ ਕਿ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਮੈਂ ਤੁਹਾਨੂੰ ਅੱਜ ਪਹਿਲਾਂ ਇਸ ਆਪਾਂ ਐਪੀਸੋਡ ਦੇ ਵਿੱਚ ਦੇ ਦਈਏ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਕੁਐਸਚਨ ਤੋਂ ਪਹਿਲਾਂ ਮੈਂ ਇੱਕ ਡਿਸਕਲੇਮਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਡਿਸਕਲੇਮਰ ਇਹ ਹੈ ਕਿ ਜਦੋਂ ਵੀ ਮੈਂ ਕੋਈ ਵੀ ਗੱਲ ਕਿਸੇ ਵੀ ਚਾਹੇ ਉਹ ਮੈਂ ਕਿਸੇ YouTube ਚੈਨਲ ਦੀ ਗੱਲ ਕਰਾਂ ਜਾਂ ਮੈਂ ਕਿਤਾਬ ਦੀ ਗੱਲ ਕਰਾਂ ਜਾਂ ਮੈਂ ਕਿਸੇ ਗਾਣੇ ਦੀ ਗੱਲ ਕਰਾਂ, ਤਾਂ ਜਿੰਨੀ ਕੁ ਮੈਂ ਗੱਲ ਕਰਾਂ ਨਾ ਓਨਾ ਕੁ ਹੀ ਇੰਡੋਰਸਮੈਂਟ ਮੇਰੀ ਹੁੰਦੀ ਆ। ਮੈਂ ਸਿਰਫ ਓਨੀ ਹੀ ਗੱਲ ਨੂੰ ਇੰਡੋਰਸ ਕਰਦੀ ਹਾਂ, ਉਸ ਤੋਂ ਵੱਧ ਨਹੀਂ। ਫੋਰ ਐਨ ਐਗਜ਼ਾਮਪਲ, ਅਗਰ ਮੈਂ ਤੁਹਾਨੂੰ ਕਹਾਂ ਕਿ ਆਹ ਇੱਕ ਕਹਾਣੀ ਹੈ, ਇਹਨੂੰ ਪੜ੍ਹ ਕੇ ਦੇਖਿਓ, ਬਹੁਤ ਖੂਬਸੂਰਤ ਹੈ, ਜਾਂ ਮੈਂ ਕਹਾਂ ਕਿ ਆਹ ਇੱਕ ਕਿਤਾਬ ਹੈ, ਇਹ ਦੇਖਿਓ, ਬਹੁਤ ਵਧੀਆ ਹੈ, ਇਸ ਦਾ ਮਤਲਬ ਹੈ ਕਿ ਮੈਂ ਤੁਹਾਡੇ ਨਾਲ ਸਿਰਫ ਓਨੀ ਉਸ ਕਿਤਾਬ ਦੀ ਹੀ ਗੱਲ ਕਰ ਰਹੀ ਹਾਂ, ਉਸ ਲੇਖਕ ਦੀ ਗੱਲ ਨਹੀਂ ਕਰ ਰਹੀ। ਜੇ ਮੈਂ ਕਿਸੇ ਲੇਖਕ ਦੀ ਗੱਲ ਕਰੂੰਗੀ ਤਾਂ ਫਿਰ ਮੈਂ ਤੁਹਾਨੂੰ ਕਹੂੰਗੀ ਕਿ ਇਸ ਲੇਖਕ ਨੂੰ ਪੜ੍ਹੋ, ਤਾਂ ਫਿਰ ਮਤਲਬ ਹੈ ਕਿ ਜਿਵੇਂ ਹੁਣ ਮੈਂ ਕਿਸੇ ਇੱਕ ਰਾਈਟਰ ਦੀ ਗੱਲ ਕਰਾਂ, ਮੰਨ ਲਓ ਸ਼ੇਕਸਪੀਅਰ ਦੀ ਮੈਂ ਗੱਲ ਕਰਾਂ ਕਿ ਤੁਸੀਂ ਉਹਦਾ ਮੈਕਬੈਥ ਪੜ੍ਹ ਕੇ ਦੇਖੋ, ਤਾਂ ਦੈਟ ਮੀਨਸ ਕਿ ਮੈਂ ਸਿਰਫ ਮੈਕਬੈਥ ਦੀ ਗੱਲ ਹੀ ਕਰ ਰਹੀ ਹਾਂ, ਮੈਂ ਸ਼ੇਕਸਪੀਅਰ ਨੂੰ ਐਜ਼ ਅ ਹੋਲ ਐਂਡੋਰਸ ਨਹੀਂ ਕਰ ਰਹੀ। ਦੈਟ ਮੀਨਸ ਇਹਦਾ ਸਿੰਪਲ ਜਿਹਾ ਮਤਲਬ ਇਹ ਆ ਕਿ ਜਿਹੜੇ ਅੱਖਰ ਮੈਂ ਬੋਲਦੀ ਹਾਂ ਮੈਂ ਸਿਰਫ ਉਹਨਾਂ ਲਈ ਜ਼ਿੰਮੇਦਾਰ ਹਾਂ। ਜਿਹੜਾ ਤੁਸੀਂ ਸਮਝਦੇ ਹੋ ਮੈਂ ਉਹਦੇ ਲਈ ਜ਼ਿੰਮੇਦਾਰ ਨਹੀਂ ਹਾਂ। ਕਿ ਅਗਰ ਮੈਂ ਤੁਹਾਨੂੰ ਕਿਹਾ ਆ ਕਿ ਤੁਸੀਂ ਆਹ ਕਿਤਾਬ ਪੜ੍ਹੋ ਤਾਂ ਤੁਸੀਂ ਕਹੋ ਕਿ ਇਹਨੇ ਇਸ ਲੇਖਕ ਦੀ ਗੱਲ ਕੀਤੀ ਆ, ਨਹੀਂ, ਮੈਂ ਲੇਖਕ ਦੀ ਗੱਲ ਬਿਲਕੁਲ ਨਹੀਂ ਕਰਦੀ, ਮੈਂ ਗੱਲ ਕਰ ਰਹੀ ਹਾਂ ਸਿਰਫ ਕਿਤਾਬ ਦੀ। ਜਦੋਂ ਮੈਂ ਪਿਛਲੀ ਵਾਰੀ ਜਿਸ ਤਰ੍ਹਾਂ ਹਰਪਾਲ ਸਿੰਘ ਪੰਨੂ ਹੋਣਾ ਦੀ ਗੱਲ ਕੀਤੀ ਸੀ ਤਾਂ ਮੈਂ ਕਿਹਾ ਸੀਗਾ ਕਿ ਉਹਨਾਂ ਦੀ ਜਿਹੜਾ ਉਹਨਾਂ ਦਾ ਬੋਲਣ ਦਾ ਤਰੀਕਾ ਹੈ, ਜੋ ਜਨਮ ਸਾਖੀਆਂ ਸੁਣਾਉਣ ਦਾ ਤਰੀਕਾ, ਉਹ ਬਹੁਤ ਖੂਬਸੂਰਤ ਤਰੀਕਾ ਹੈ, ਕਿਉਂਕਿ ਉਹ ਉਸੇ ਭਾਸ਼ਾ ਦੇ ਵਿੱਚ ਸੁਣਾਉਂਦੇ ਆ ਜਿਸ ਭਾਸ਼ਾ ਦੇ ਵਿੱਚ ਜਨਮ ਸਾਖੀਆਂ ਲਿਖੀਆਂ ਗਈਆਂ, ਰਾਈਟ। ਤਾਂ ਉਹਦਾ ਮਤਲਬ ਸਿਰਫ ਮੇਰਾ ਇੰਨਾ ਸੀ। ਔਰ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਤੁਸੀਂ YouTube ਦੇ ਉੱਤੇ ਉਹਨਾਂ ਦਾ ਕੱਢ ਕੇ ਦੇਖ ਲਿਓ, ਕਿਤੇ ਵੀ ਤੁਹਾਨੂੰ ਵੀਡੀਓ ਮਿਲ ਜੂਗੀ। ਤਾਂ ਉਹਦਾ ਮਤਲਬ ਸਿਰਫ ਇੰਨਾ ਸੀਗਾ ਕਿ ਮੈਂ ਸਿਰਫ ਜਿਹੜਾ ਉਹਨਾਂ ਦਾ ਜਨਮ ਸਾਖੀਆਂ ਸੁਣਾਉਣ ਦਾ ਤਰੀਕਾ ਹੈ ਔਰ ਉਸ ਤਰੀਕੇ ਦੇ ਵਿੱਚੋਂ ਜੋ ਇੱਕ ਹਿਸਟੋਰੀਕਲ ਇੰਟਰਪ੍ਰੀਟੇਸ਼ਨ ਨਿਕਲ ਕੇ ਆਉਂਦੀ ਆ, ਮੈਂ ਸਿਰਫ ਉਹਦੀ ਗੱਲ ਕਰ ਰਹੀ ਹਾਂ, ਉਸ ਤੋਂ ਅੱਗੇ ਪਿੱਛੇ ਕੋਈ ਗੱਲ ਨਹੀਂ ਕਰ ਰਹੀ। ਜ਼ਰੂਰੀ ਨਹੀਂ ਕਿ ਮੈਂ ਪੰਨੂ ਸਾਹਿਬ ਦੀ ਹਰ ਇੱਕ ਗੱਲ ਦੇ ਨਾਲ ਸਹਿਮਤ ਹੋਵਾਂ। ਸੋ ਇਹ ਮੇਰਾ ਇੱਕ ਡਿਸਕਲੇਮਰ ਯਾਦ ਰੱਖ ਲਿਓ ਜੇ ਕਿ ਜਦੋਂ ਵੀ ਮੈਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਚੀਜ਼ ਦਾ ਹਵਾਲਾ ਦਿੰਦੀ ਹਾਂ, ਅਗਰ ਮੈਂ ਕਿਤਾਬ ਦੇ ਵਿੱਚੋਂ ਕਿਸੇ ਪੇਜ ਨੰਬਰ ਦਾ ਹਵਾਲਾ ਦਿੱਤਾ ਤਾਂ ਇਹਦਾ ਮਤਲਬ ਇਹ ਹੈ ਕਿ ਸਿਰਫ ਉਹਨਾਂ ਪੇਜਾਂ ਦੀ ਹੀ ਮੈਂ ਗੱਲ ਕਰ ਰਹੀ ਹਾਂ, ਪੂਰੀ ਕਿਤਾਬ ਦੀ ਮੈਂ ਗੱਲ ਨਹੀਂ ਕਰ ਰਹੀ। ਠੀਕ ਹੈ ਜੀ। ਸੋ ਇਹ ਦੇਣਾ ਜਿਹੜਾ ਡਿਸਕਲੇਮਰ ਆ ਉਹ ਦੇਣਾ ਜ਼ਰੂਰੀ ਹੈ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਚੀਜ਼ਾਂ ਨੂੰ ਮਿਸ ਅੰਡਰਸਟੈਂਡ ਕੀਤਾ ਜਾਵੇ। ਹੁਣ ਆਪਾਂ ਆਉਂਦੇ ਹਾਂ ਸਵਾਲ ਵੱਲ। ਸਵਾਲ ਮੈਨੂੰ ਰਣਦੀਪ ਕੌਰ ਜੀ ਨੇ ਪਾਇਆ। ਰਣਦੀਪ ਕੌਰ ਜੀ ਸਾਨੂੰ ਪਹਿਲਾਂ ਵੀ ਇਹਨਾਂ ਦੇ ਜਿਹੜਾ ਇੱਕ ਅੱਧੀ ਵਾਰੀ ਕੁਐਸਚਨ ਆਇਆ ਸੀਗਾ, ਔਰ ਉਹ ਬੜੇ ਇੰਪੋਰਟੈਂਟ ਕੁਐਸਚਨਸ ਹੁੰਦੇ ਆ ਜਿਹੜੇ ਪਾਉਂਦੇ ਆ। ਔਰ ਮੈਨੂੰ ਸਮਝ ਆਉਂਦੀ ਆ ਕਿ ਜਦੋਂ ਉਹਨਾਂ ਦੇ ਸਵਾਲਾਂ ਨੂੰ ਦੇਖ ਕੇ, ਕਿਉਂਕਿ ਤੁਹਾਡੇ ਅੱਖਰਾਂ ਦੇ ਪਿੱਛੇ ਤੁਹਾਡੀ ਜਿਹੜਾ ਤੁਸੀਂ ਜੋ ਐਕਚੁਅਲੀ ਜਿਸ ਚੀਜ਼ ਦੇ ਵਿੱਚੋਂ ਨਿਕਲ ਰਹੇ ਹੁੰਦੇ ਆ ਨਾ, ਉਹ ਹੁੰਦੀ ਆ। ਰਣਦੀਪ ਕੌਰ ਜੀ ਦਾ ਪਹਿਲਾਂ ਜਿਹੜਾ ਇੱਕ ਵਾਰੀ ਸਾਨੂੰ ਕੁਐਸਚਨ ਆਇਆ ਸੀਗਾ ਉਹ ਸੀਗਾ ਕਿ ਬਾਲ ਅਸੀਂ ਕੱਟਦੇ ਨਹੀਂ ਹਾਂ ਅਤੇ ਨਹੁੰ ਕਿਉਂ ਕੱਟਦੇ ਹਾਂ। ਤੋ ਉਹ ਕੁਐਸਚਨ ਔਰ ਇਹ ਕੁਐਸਚਨ, ਇਹ ਦੋਨੋਂ ਹੀ ਸਵਾਲ ਐਸੇ ਨੇ ਜਿਨ੍ਹਾਂ ਨੂੰ ਬਾਰ-ਬਾਰ ਸਾਡੇ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ। ਔਰ ਇਹ ਕੁਐਸਚਨ ਇੰਨੇ ਕੁ ਜ਼ਿਆਦਾ ਤੁਹਾਨੂੰ ਉੱਪਰਲੀ ਸਤਹ ਦੇ ਉੱਤੋਂ, ਜਦੋਂ ਆਪਾਂ ਇੰਝ ਹੀ ਦੇਖਦੇ ਹਾਂ, ਨੋਰਮਲੀ ਦੇਖਦੇ ਹਾਂ, ਤਾਂ ਉੱਪਰਲੀ ਸਤਹ ਦੇ ਉੱਤੋਂ ਬੜੇ ਉਹ ਲੌਜੀਕਲ ਸਵਾਲ ਲੱਗਦੇ ਆ ਕਿ ਕਿੰਨੀ ਲੌਜਿਕ ਦੀ ਗੱਲ ਆ। ਪਰ ਅਸਲ ਦੇ ਵਿੱਚ ਜਦੋਂ ਆਪਾਂ ਉਹਨਾਂ ਦੇ ਇਨ ਡੈਪਥ ਜਾਂਦੇ ਹਾਂ ਨਾ, ਤਾਂ ਉਦੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਗੁਰੂ ਕੀ ਕਹਿ ਰਿਹਾ। ਪਰ ਉਹਦੇ ਵਾਸਤੇ ਸਾਨੂੰ ਓਟ ਆਸਰਾ ਗੁਰਬਾਣੀ ਦਾ ਲੈਣਾ ਪਊਗਾ। ਜੇ ਅਸੀਂ ਆਪ ਇਕੱਲੇ ਤੁਰ ਪਵਾਂਗੇ ਤਾਂ ਫਿਰ ਜਵਾਬ ਨਹੀਂ ਆਉਣੇ। ਹੁਣ ਇਹ ਜਿਹੜਾ ਇਹਨਾਂ ਦਾ ਕੁਐਸਚਨ ਹੈ ਉਹ ਹੈ, someone asked me a question that if we as Sikh believe that all religion gods are equal and all of them lead to one God, then why don't we practice their religion? So, for example, I am a Sikh and the other person asking me is a Muslim, and she is saying, can you follow my religion as our pathway to God is the same as yours? I'm asking this question because we all understand that God is one, but there are different religions that lead to him. So how shall I answer this question? ਸਵਾਲ ਇਹ ਹੈ ਜੀ, ਪੰਜਾਬੀ ਦੇ ਵਿੱਚ ਮੈਂ ਦੱਸ ਦਿੰਦੀ ਹਾਂ ਕਿ ਕੁਐਸਚਨ ਇਹ ਹੈ ਕਿ
ਰਣਦੀਪ ਕੌਰ ਜੀ ਕਹਿੰਦੇ ਕਿਸੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਇਹ ਬਿਲੀਵ ਕਰਦੇ ਹਾਂ ਕਿ ਸਾਰੇ ਰਿਲੀਜਨਸ ਜਿਹੜੇ ਆ ਜਾਂ ਸਾਰੇ ਜਿਹੜੇ ਪਰਮਾਤਮਾ ਹੈ ਉਹ ਇੱਕ ਹੈ। ਬੇਸਿਕਲੀ ਹਰ ਇੱਕ ਧਰਮ ਦਾ ਜਿਹੜਾ ਇੱਕ ਪਰਮਾਤਮਾ ਹੈ ਉਹ ਸਾਰਿਆਂ ਦਾ ਸਾਂਝਾ ਪਰਮਾਤਮਾ ਹੈ, ਔਰ ਸਾਰੇ ਰਿਲੀਜਨ ਜਿਹੜੇ ਆ ਉਹ ਉਸ ਇੱਕ ਪਰਮਾਤਮਾ ਵੱਲ ਜਾਣ ਦਾ ਰਸਤਾ ਹੈ। ਤਾਂ ਫਿਰ ਤੁਸੀਂ ਯਾਨੀ ਕਿ ਰਣਦੀਪ ਕੌਰ ਜੀ ਹੋਣੀ ਜਾਂ ਅਸੀਂ ਜਿਹੜੇ ਸਿੱਖ ਹਾਂ, ਅਸੀਂ ਉਹਨਾਂ ਦਾ ਰਿਲੀਜਨ ਹੀ ਕਿਉਂ ਨਹੀਂ ਪ੍ਰੈਕਟਿਸ ਕਰ ਲੈਂਦੇ। ਫੋਰ ਐਗਜ਼ਾਮਪਲ ਉਹ ਕਹਿੰਦੇ ਨੇ ਕਿ ਜਿੱਦਾਂ ਮੈਂ ਸਿੱਖ ਹਾਂ ਅਤੇ ਜਿਹੜਾ ਦੂਸਰਾ ਬੰਦਾ ਮੈਨੂੰ ਪੁੱਛ ਰਿਹਾ ਉਹ ਮੁਸਲਮਾਨ ਹੈ, ਐਂਡ ਉਹ ਮੈਨੂੰ ਇਹ ਕਹਿ ਰਹੀ ਹੈ, ਜੋ ਮੁਸਲਿਮ ਲੇਡੀ ਹੈ ਉਹ ਕਹਿ ਰਹੀ ਹੈ ਕਿ ਕੈਨ ਯੂ ਫੋਲੋ ਮਾਈ ਰਿਲੀਜਨ। ਜੇ ਸਾਡੀਆਂ ਜਿਹੜੇ ਰਸਤੇ ਆ, ਅਗਰ ਰਸਤੇ ਵੱਖਰੇ ਵੱਖਰੇ ਔਰ ਗੋਡ ਸੇਮ ਹੈ, ਤਾਂ ਫਿਰ ਤੂੰ ਮੇਰੇ ਵਾਲੇ ਰਸਤੇ 'ਤੇ ਆ ਜਾ, ਫਿਰ ਤੂੰ ਮੇਰਾ ਰਸਤਾ ਅਪਣਾ ਲਾ ਜਾਂ ਤੂੰ ਅਪਣਾ ਸਕਦੀ ਹਾਂ। ਹੁਣ ਉਹ ਕਹਿੰਦੇ ਨੇ ਕਿ ਰਣਦੀਪ ਕੌਰ ਜੀ ਕਹਿੰਦੇ ਨੇ ਮੈਂ ਇਹ ਕੁਐਸਚਨ ਇਸ ਕਰਕੇ ਪੁੱਛ ਰਹੀ ਹਾਂ ਕਿਉਂਕਿ ਅਸੀਂ ਸਾਰੇ ਮੰਨਦੇ ਹਾਂ ਕਿ ਪਰਮਾਤਮਾ ਇੱਕ ਹੈ ਔਰ ਡਿਫਰੈਂਟ ਰਿਲੀਜਨ ਜਿਹੜੇ ਆ ਉਹ ਉਸ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਜ਼ਰੀਆ ਨੇ। ਮੈਂ ਇਸ ਸਵਾਲ ਦਾ ਜਵਾਬ ਕਿਵੇਂ ਦੇਵਾਂ? ਇਹ ਉਹਨਾਂ ਦਾ ਜੋ ਵੀ ਉਹਨਾਂ ਨੇ ਮੈਨੂੰ ਇੰਗਲਿਸ਼ ਵਿੱਚ ਲਿਖ ਕੇ ਭੇਜਿਆ ਦਾ ਪੰਜਾਬੀ ਟਰਾਂਸਲੇਸ਼ਨ ਹੈ। ਹੁਣ ਰਣਦੀਪ ਕੌਰ ਜੀ, ਇੱਕ ਤਾਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਜਿਹੜੇ ਇਹੋ ਜਿਹੇ ਕੁਐਸਚਨਸ ਤੁਸੀਂ ਭੇਜਦੇ ਹੋ, ਕਿਉਂਕਿ ਇਹ ਬੜੇ ਇੰਪੋਰਟੈਂਟ ਕੁਐਸਚਨ ਹੈ। ਮੈਂ ਪਹਿਲਾਂ ਵੀ ਕਹਿ ਚੁੱਕੀ, ਮੈਂ ਫਿਰ ਕਹਿ ਰਹੀ ਹਾਂ ਕਿ ਸਾਡੇ ਬੱਚਿਆਂ ਨੂੰ ਬਾਰ-ਬਾਰ ਇਹੋ ਜਿਹੇ ਕੁਐਸਚਨਸ ਦਾ ਸਾਹਮਣਾ ਕਰਨਾ ਪੈਂਦਾ ਸਕੂਲਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ। ਔਰ ਪ੍ਰੋਬਲਮ ਕਿੱਥੇ ਆਉਂਦੀ ਆ? ਕਿਉਂਕਿ ਜਿਹੜੇ ਸਾਡੇ ਬੱਚੇ ਹੁੰਦੇ ਆ, ਅਸੀਂ ਆਪਣੇ ਬੱਚਿਆਂ ਨੂੰ ਇੰਜੀਨੀਅਰ ਬਣਾਉਣ ਦੇ ਵੱਲ, ਡਾਕਟਰ ਬਣਾਉਣ ਦੇ ਵੱਲ, ਹੋਰ ਹਰ ਤਰ੍ਹਾਂ ਦੇ ਪ੍ਰੋਫੈਸ਼ਨ ਵੱਲ ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਹਾਂ, ਜੋ ਕਿ ਚੰਗੀ ਗੱਲ ਆ। ਪਰ ਅਸੀਂ ਉਹਨਾਂ ਨੂੰ ਸਿੱਖ ਬਣਾਉਣ ਵੱਲ ਟ੍ਰੇਨਿੰਗ ਨਹੀਂ ਦਿੰਦੇ, ਅਸੀਂ ਕਰਦੇ ਹੀ ਨਹੀਂ, ਉਹਨਾਂ ਦੀ ਉਹ ਟ੍ਰੇਨਿੰਗ ਹੀ ਨਹੀਂ ਕਰਦੇ। ਅਸੀਂ ਆਪਣੇ ਬੱਚਿਆਂ ਨੂੰ ਵੀ ਕਈ ਵਾਰੀ ਕਹਿ ਦਿੰਦੇ ਹਾਂ ਕਿ ਛੱਡੋ, ਗੁਰਮੁਖੀ ਨੂੰ ਤੁਸੀਂ ਬਾਅਦ ਵਿੱਚ ਪੜ੍ਹ ਲਿਓ, ਪਹਿਲਾਂ ਆਹ ਵਾਲੀਆਂ ਲੈਂਗੁਏਜਸ ਪੜ੍ਹ ਲਓ। ਪੰਜਾਬ ਦੇ ਵਿੱਚ ਤਾਂ ਇਹ ਹੁੰਦਾ ਆ। ਸੋ ਜੇ ਕਿਤੇ ਉਹ ਟ੍ਰੇਨਿੰਗ ਸਾਡੇ ਬੱਚਿਆਂ ਦੀ ਹੋਈ ਹੁੰਦੀ, ਔਰ ਸਾਡੇ ਬੱਚਿਆਂ ਤੋਂ ਮਤਲਬ ਮੈਂ ਵੀ ਵਿੱਚ ਹੀ ਹਾਂ ਕਿਉਂਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਸੀ, ਜੇ ਉਹ ਵੀ ਟ੍ਰੇਨਿੰਗ ਹੋਈ ਹੁੰਦੀ ਨਾ, ਅਤੇ ਜਿਸ ਤਰੀਕੇ ਨਾਲ ਸਾਨੂੰ ਲੋਕ ਸਵਾਲ ਕਰਦੇ ਨੇ ਤਾਂ ਸਾਡੇ ਕੋਲ ਜਵਾਬ ਵੀ ਉੱਦਾਂ ਹੀ ਹੋਣੇ ਸੀਗੇ। ਪਰ ਜਿਹੜੇ ਆਹ ਕੁਐਸਚਨਸ ਨੇ, ਇਹ ਕੁਐਸਚਨ ਹਰ ਇੱਕ, ਮੈਨੂੰ ਲੱਗਦਾ ਕਿ ਮੈਜੋਰਿਟੀ ਆਫ ਸਿੱਖ ਬੱਚੇ ਜਿਹੜੇ ਹੈਗੇ ਉਹਨਾਂ ਨੇ ਇਹ ਕੁਐਸਚਨ ਜਿਹੜੇ ਝੇਲੇ ਆ, ਇਹਨਾਂ ਵਿੱਚੋਂ ਮੈਂ ਵੀ ਇੱਕ ਹਾਂ। ਔਰ ਜਦੋਂ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਜਾਂਦੇ ਸੀਗੇ ਨਾ, ਤਾਂ ਜਵਾਬ ਅੱਗੋਂ ਮਿਲਦੇ ਨਹੀਂ ਹੁੰਦੇ ਸੀਗੇ। ਔਰ ਮੈਨੂੰ ਇਹ ਯਾਦ ਆ ਕਿ ਐਗਜ਼ੈਕਟਲੀ ਸਿਮਿਲਰ ਕੁਐਸਚਨ ਮੁਸਲਿਮ ਉੱਥੇ ਨਹੀਂ ਸੀ, ਉੱਥੇ ਕ੍ਰਿਸਚਨ ਸੀਗੇ ਮੇਰੀ ਫਰੈਂਡ, ਤਾਂ ਸਿਮਿਲਰ ਕੁਐਸਚਨ ਮੈਨੂੰ ਕੀਤਾ ਗਿਆ ਸੀ ਜਦੋਂ ਮੈਂ ਉਦੋਂ ਸਕੂਲ 'ਚ ਸੀ, ਔਰ ਮੈਨੂੰ ਉਹਦਾ ਜਵਾਬ ਨਹੀਂ ਸੀ ਆਇਆ। ਔਰ ਮੈਂ ਗਈ ਸੀਗੀ ਆਪਣੇ ਮਦਰ ਕੋਲ ਕਿ ਮੰਮਾ ਇਹਦਾ ਜਵਾਬ ਕੀ ਆ, ਤਾਂ ਉਹਨਾਂ ਨੇ ਜੋ ਮੈਨੂੰ ਜਵਾਬ ਦਿੱਤਾ ਸੀ, ਮੈਂ ਉਹ ਜਵਾਬ ਤੁਹਾਨੂੰ ਦਊਂਗੀ, ਬੇਸਿਕ ਜਵਾਬ। ਪਰ ਬਹੁਤੇ ਜਿਹੜੇ ਸਾਡੇ ਨਾਲ ਸੀਗੇ ਉਹਨਾਂ ਨੂੰ ਜਵਾਬ ਮਿਲੇ ਨਹੀਂ ਸੀ ਕਦੀ ਵੀ। ਔਰ ਇਸ ਕਰਕੇ ਇਹ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਵਧਾਈ ਦੇ ਪਾਤਰ ਆ ਕਿ ਤੁਸੀਂ ਇਹੋ ਜਿਹੇ ਕੁਐਸਚਨ ਸਾਨੂੰ ਭੇਜਦੇ ਆ, ਐਂਡ ਆਈ ਐਮ ਸ਼ੋਰ ਕਿ ਤੁਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੁਛ ਹੋਰ ਕੁਐਸਚਨਸ ਜਿਹੜੇ ਉੱਪਰਲੀ ਤਹਿ ਤੋਂ ਬੜੇ ਲੌਜੀਕਲ ਲੱਗਦੇ ਆ, ਅਤੇ ਪਰ ਅੰਦਰੋਂ ਜਦੋਂ ਤੁਸੀਂ ਡੀਲ ਕਰੋਗੇ ਤਾਂ ਸਿਰਫ ਸਿੱਖੀ ਨਾਲ ਡੀਲ ਹੋ ਸਕਦਾ, ਅਦਰਵਾਈਜ਼ ਨਹੀਂ ਹੋ ਸਕਦਾ। ਸੋ ਜਿਹੜਾ ਬੇਸਿਕ ਆਨਸਰ ਹੈ ਇਸ ਕੁਐਸਚਨ ਦਾ ਰਣਦੀਪ ਕੌਰ ਜੀ, ਉਹ ਇਹ ਆ, ਮੈਂ ਐਗਜ਼ਾਮਪਲ ਦੇ ਨਾਲ ਹੀ ਆਨਸਰ ਦਊਂਗੀ। ਉਹ ਐਗਜ਼ਾਮਪਲ ਇਹ ਆ ਕਿ ਮੰਨ ਲਓ ਤੁਸੀਂ ਔਰ ਤੁਹਾਡੇ ਕੁਛ ਫਰੈਂਡਸ ਸਕਾਟਲੈਂਡ ਜਾਣ ਦਾ ਕੋਈ ਪ੍ਰੋਗਰਾਮ ਬਣਾ ਲੈਂਦੇ ਆ, ਜਾਂ ਕੋਈ ਵੀ ਇੱਕ ਡੈਸਟੀਨੇਸ਼ਨ ਦੇ ਉੱਤੇ ਤੁਸੀਂ ਪਿਕਨਿਕ ਦਾ ਪ੍ਰੋਗਰਾਮ ਬਣਾ ਲੈਂਦੇ ਆ ਕਿ ਅੱਜ ਆਪਾਂ ਉੱਥੇ ਡੇ ਆਊਟ ਕਰਕੇ ਆਉਣਾ ਆ, ਜਾਂ ਜਿੱਦਾਂ ਵੀ। ਤੁਸੀਂ 3-4 ਫਰੈਂਡਸ ਆ, ਹੁਣ 3-4 ਫਰੈਂਡਸ ਨੇ, ਉਹ ਕਨਸਰਟ ਹੋ ਸਕਦਾ, ਉੱਥੇ ਕੁਛ ਵੀ ਹੋ ਸਕਦਾ। ਤੁਸੀਂ ਇੱਕ ਡੈਸਟੀਨੇਸ਼ਨ ਰੱਖੀ ਜੋ ਕਿ ਸਾਰਿਆਂ ਦੀ ਸਾਂਝੀ ਆ, ਔਰ ਉੱਥੋਂ ਤੱਕ ਪਹੁੰਚਣ ਲਈ ਰਸਤੇ ਵੀ 2-4 ਹੈ। ਇੱਕ ਰਸਤਾ ਹੈ ਜਿਹੜਾ ਪਹਾੜਾਂ ਦੇ ਵਿੱਚੋਂ ਹੋ ਕੇ ਨਿਕਲਦਾ, ਦੂਸਰਾ ਜਿਹੜਾ ਹੈ ਉਹ ਜੰਗਲ ਦੇ ਵਿੱਚੋਂ ਦੀ ਹੋ ਕੇ ਨਿਕਲਦਾ, ਤੀਸਰਾ ਜਿਹੜਾ ਹੈ ਉਹ ਹਾਈਵੇ ਦਾ ਰਸਤਾ, ਚੌਥਾ ਕੋਈ ਹੋਰ ਜਿਹਦੇ ਵਿੱਚ ਬੜੀ ਆਸ-ਪਾਸ ਬੜੀ ਖੂਬਸੂਰਤ ਸੀਨਰੀ, ਕਿਤੇ ਬੀਚਿਸ ਆ ਰਹੇ ਆ, ਕਿਤੇ ਨਹੀਂ ਆ ਰਹੇ, ਤਾਂ ਇੱਦਾਂ ਦਾ ਵੀ ਕੋਈ ਰਸਤਾ ਹੈ। ਹੁਣ ਤੁਹਾਡਾ ਇੱਕ ਫਰੈਂਡ ਹੈ, ਉਹ ਕਹਿੰਦਾ ਕਿ ਮੈਨੂੰ ਮਾਊਂਟੇਨਸ ਬਹੁਤ ਪਸੰਦ ਆ, ਤਾਂ ਮੈਂ ਬਿਲਕੁਲ ਜਿਹੜਾ ਹਾਰਡਕੋਰ ਮਾਊਂਟੇਨਸ ਵਾਲਾ ਰਸਤਾ ਨਾ, ਮੈਂ ਉਹ ਲੈਣਾ, ਤਾਂ ਮੈਂ ਉੱਧਰੋਂ ਦੀ ਜਾਊਂਗਾ। ਦੂਸਰਾ ਤੁਹਾਡਾ ਫਰੈਂਡ ਕਹਿੰਦਾ ਕਿ ਓਕੇ, ਮੈਂ ਉੱਧਰੋਂ ਦੀ ਨਹੀਂ ਜਾਂਦਾ, ਕਿਉਂਕਿ ਮੈਨੂੰ ਮਾਊਂਟੇਨਸ ਇੰਨੇ ਖਾਸ ਨਹੀਂ, ਮੈਨੂੰ ਜਿਹੜਾ ਵਧੀਆ ਲੱਗਦਾ ਉਹ ਹੈ ਜੰਗਲ। ਔਰ ਤੀਸਰਾ ਤੁਹਾਡਾ ਕੋਈ ਜਿਹੜਾ ਹੈ ਉਹ ਕਹਿੰਦਾ ਕਿ ਮੈਂ ਤਾਂ ਸਿੰਪਲ ਹਾਈਵੇ ਤੋਂ ਜਾਊਂਗਾ। ਔਰ ਤੁਸੀਂ ਇਹ ਕਹਿੰਦੇ ਆ
ਕਿ ਨਹੀਂ ਮੈਂ ਤਾਂ ਸੀਨਰੀ ਦੇਖਦੀ ਜਾਣਾ ਚਾਹੁੰਦੀ ਹਾਂ, ਮੈਨੂੰ ਮਾਊਂਟੇਨਸ ਦੇ ਵੱਲੋਂ ਦੀ ਜਾ ਕੇ ਤਾਂ, ਜਾਂ ਤੁਹਾਡੇ ਸਾਰੇ ਬਾਕੀ ਫਰੈਂਡਸ ਵੀ ਇਹੀ ਕਹਿਣ ਕਿ ਮਾਊਂਟੇਨਸ ਦੇ ਵੱਲ ਤਾਂ ਮੈਨੂੰ ਜਦੋਂ ਵੀ ਅਸੀਂ ਮਾਊਂਟੇਨਸ 'ਤੇ ਜਾਂਦੇ ਹਾਂ ਮੈਨੂੰ ਉਹ ਸੂਟ ਨਹੀਂ ਕਰਦਾ, ਉਹ ਨੋਜ਼ੀਆ ਇੱਕ ਫੀਲਿੰਗ ਆਉਣ ਲੱਗ ਜਾਂਦੀ ਹੈ ਨਾ ਕਈ ਲੋਕਾਂ ਨੂੰ ਪਹਾੜਾਂ 'ਚ ਜਾ ਕੇ, ਹਾਈਟ 'ਤੇ ਜਾ ਕੇ, ਤਾਂ ਉਹ ਨਾ ਕਹਿੰਦੇ ਕਿ ਨਹੀਂ ਅਸੀਂ ਨਹੀਂ ਉੱਧਰੋਂ ਲਈ ਜਾਣਾ, ਸੋ ਅਸੀਂ ਇੰਝ ਕਰਦੇ ਜੰਗਲ ਵੱਲ ਦੀ ਜਾਂਦੇ ਹਾਂ। ਤੁਸੀਂ ਕਹਿੰਦੇ ਹੋ ਕਿ ਨਹੀਂ ਜੰਗਲ ਤੋਂ ਮੈਨੂੰ, ਬਿਕਾਜ਼ ਦੈਟ ਇਜ਼ ਵੈਰੀ ਅਨਸਰਟਨ, ਮੈਨੂੰ ਪਤਾ ਨਹੀਂ ਉਹਦੇ ਵਿੱਚ ਕੀ ਆ ਕੀ ਨਹੀਂ ਹੋਣਾ, ਕਿਹੜਾ ਜਾਨਵਰ ਹੋਊਗਾ, ਤਾਂ ਮੈਂ ਨਹੀਂ ਜੰਗਲ ਵੱਲ ਦੀ ਜਾਣਾ। ਹਾਈਵੇ ਇਜ਼ ਟੂ ਬੋਰਿੰਗ, ਕਿ ਹਾਈਵੇ ਦੇ ਉੱਤੇ ਤੁਰੇ ਚੱਲੋ, ਮੈਂ ਉੱਧਰ ਵੀ ਨਹੀਂ ਜਾਣਾ। ਤੁਸੀਂ ਇਹ ਕਹਿੰਦੇ ਆ ਕਿ ਮੈਨੂੰ ਤਾਂ ਐਸਾ ਰਸਤਾ ਚਾਹੀਦਾ ਜਿਹੜਾ ਹਾਈਵੇ ਵੀ ਵਿੱਚ ਆ ਜਾਏ, ਵਿੱਚ ਸੀਨਰੀ ਵੀ ਆ ਜਾਏ। ਸੋ ਇਸ ਤਰੀਕੇ ਨਾਲ ਹੁਣ ਰਸਤੇ, ਉਹਨਾਂ ਵਿੱਚੋਂ ਤੁਹਾਡਾ ਇੱਕ ਦੋਸਤ ਜਿਹੜਾ ਉਹ ਪਹਿਲਾ ਮਾਊਂਟੇਨਸ ਵਾਲਾ, ਉਹ ਕਹਿੰਦਾ ਕਿ ਰਸਤਾ ਤਾਂ ਸਾਰਿਆਂ ਦਾ ਇੱਕੋ ਹੀ ਹੈ ਨਾ, ਮੰਜ਼ਿਲ ਤਾਂ ਇੱਕੋ ਹੀ ਆ, ਤਾਂ ਆਪਾਂ ਜਿਹੜਾ ਰਸਤੇ 'ਤੇ ਹੈਗੇ ਆ, ਤੁਸੀਂ ਮੇਰੇ ਨਾਲ ਮਾਊਂਟੇਨ 'ਤੇ ਚੱਲੋ। ਤੁਸੀਂ ਉਹਨੂੰ ਕਹਿ ਰਹੇ ਹੋ ਮੈਂ ਕੰਫਰਟੇਬਲ ਹੀ ਨਹੀਂ ਹਾਂ ਉਸ ਰਸਤੇ ਦੇ ਉੱਤੇ। ਸੋ ਬੇਸਿਕਲੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੀਆਂ ਜਿੰਨੀਆਂ ਵੀ ਭਾਵੇਂ ਜਿੰਨੀਆਂ ਮਰਜ਼ੀ ਸਾਡੀਆਂ ਸਾਂਝੀਆਂ ਡੈਸਟੀਨੇਸ਼ਨਸ ਹੋਣ, ਸਾਨੂੰ ਪਤਾ ਹੋਵੇ ਕਿ ਅਸੀਂ ਇੱਕੋ ਹੀ ਡੈਸਟੀਨੇਸ਼ਨ ਦੇ ਉੱਤੇ ਪਹੁੰਚਣਾ ਆ, ਫਿਰ ਵੀ ਅਸੀਂ ਰਸਤਾ ਹਮੇਸ਼ਾ ਉਹ ਲੈਂਦੇ ਹਾਂ ਜਿਹਦੇ ਵਿੱਚ ਅਸੀਂ ਕੰਫਰਟੇਬਲ ਹੋਈਏ। ਅਸੀਂ ਕਦੇ ਵੀ ਉਹ ਰਸਤਾ ਨਹੀਂ ਲੈਂਦੇ ਜਿੱਥੇ ਸਾਨੂੰ ਪਤਾ ਹੈ ਕਿ ਇਹ ਬੜਾ ਡਿਸਕੰਫਰਟੇਬਲ ਰਸਤਾ ਹੋਊਗਾ, ਹੈ ਨਾ। ਤਾਂ ਕਿਉਂਕਿ ਸਾਨੂੰ ਡੈਸਟੀਨੇਸ਼ਨ ਦਾ ਮਤਲਬ ਹੁੰਦਾ ਆ, ਰਾਈਟ, ਡੈਸਟੀਨੇਸ਼ਨ 'ਤੇ ਪਹੁੰਚਣ ਦਾ ਮਤਲਬ ਹੁੰਦਾ। ਤਾਂ ਇਹ ਇੱਕ ਤਾਂ ਹੈਗਾ ਬੇਸਿਕ ਜਿਹਾ ਆਨਸਰ ਕਿ ਦੇਖੋ ਜੀ, ਜਦੋਂ ਬੇਸ਼ੱਕ ਸਾਡੇ ਡੈਸਟੀਨੇਸ਼ਨ ਇੱਕ ਆ, ਬਟ ਰਸਤਾ ਮੈਂ ਉਹ ਚੂਜ਼ ਕਰੂੰਗੀ ਜਿਹੜਾ ਮੈਨੂੰ ਕੰਫਰਟੇਬਲ ਹੋਵੇ। ਹੁਣ ਅਗਲਾ ਸਵਾਲ ਆਊਗਾ ਕਿ ਤੁਹਾਨੂੰ ਸਾਡੇ ਵਾਲੇ ਰਿਲੀਜਨ ਦੇ ਵਿੱਚ ਕੰਫਰਟੇਬਿਲਿਟੀ ਕਿਉਂ ਨਹੀਂ ਆ, ਉਹ ਵੀ ਤਾਂ ਰਸਤਾ ਕੰਫਰਟੇਬਲ ਹੋ ਸਕਦਾ। ਉਹਦਾ ਜਵਾਬ ਮੈਂ ਤੁਹਾਨੂੰ ਦਿੰਦੀ ਹਾਂ। ਉਹਦਾ ਜਵਾਬ ਸਾਨੂੰ ਫਿਰ ਹੁਣ ਗੁਰਬਾਣੀ ਦਾ ਓਟ ਆਸਰਾ ਲੈਣਾ ਪਊਗਾ। ਪਹਿਲੀ ਗੱਲ ਤਾਂ ਇਹ ਕਿ ਕਿਉਂਕਿ ਤੁਸੀਂ ਮੁਸਲਿਮ ਫਰੈਂਡ ਦੀ ਗੱਲ ਕੀਤੀ, ਮੈਂ ਕ੍ਰਿਸਚਨ ਫਰੈਂਡ ਦੀ ਗੱਲ ਕੀਤੀ, ਹੋ ਸਕਦਾ ਕਿਸੇ ਹੋਰ ਬੱਚੇ ਕੋਲ ਕੋਈ ਹਿੰਦੂ ਫਰੈਂਡ ਗੱਲ ਕਰ ਰਿਹਾ ਹੋਵੇ, ਬਟ ਹਿੰਦੂਇਜ਼ਮ ਵਿੱਚ ਵੀ ਕਨਵਰਜਨ ਨਹੀਂ ਹੈਗੀ, ਹਿੰਦੂਸ ਤੁਹਾਨੂੰ ਕਦੀ ਕਨਵਰਟ ਨਹੀਂ ਕਰਦੇ। ਕਨਵਰਜਨ ਦੀ ਗੱਲ ਜਿਹੜੀ ਹੁੰਦੀ ਆ ਉਹ ਮੁਸਲਿਮ ਐਂਡ ਕ੍ਰਿਸਚਨ ਰਿਲੀਜਨ ਦੇ ਵਿੱਚ ਹੁੰਦੀ ਕਿ ਤੁਸੀਂ ਕਨਵਰਟ ਹੋ ਜਾਓ, ਬਿਕਾਜ਼ ਦੇ ਬਿਲੀਵ ਇਨ ਦੈਟ, ਅਸੀਂ ਨਹੀਂ ਬਿਲੀਵ ਕਰਦੇ। ਸੋ ਸਟਿਲ ਆਪਾਂ ਇਹ ਗੱਲ ਕਰਾਂਗੇ ਕਿ ਹੁਣ ਰਸਤੇ ਦੀ ਜਿਹੜੀ ਕੰਫਰਟੇਬਿਲਿਟੀ ਆ ਉਹ ਕੀ ਆ। ਤੁਸੀਂ ਮੁਸਲਿਮ ਦੀ ਗੱਲ ਕੀਤੀ, ਆਪਾਂ ਉਹਨਾਂ ਦੇ ਵਿੱਚੋਂ ਹੁਣ ਬਹੁਤ ਸਾਰੀਆਂ ਚੀਜ਼ਾਂ ਮੁਸਲਿਮ ਰਿਲੀਜਨ ਦੇ ਵਿੱਚ ਚੰਗੀਆਂ ਵੀ ਹੋ ਸਕਦੀਆਂ, ਜੋ ਕਿ ਸਾਨੂੰ ਪਤਾ ਨਾ ਹੋਣ, ਉਹਨਾਂ ਨੂੰ ਪਤਾ ਹੋਣ, ਜਾਂ ਸਾਨੂੰ ਪਤਾ ਹੋਣ ਵੀ ਚੰਗੀਆਂ ਵੀ ਹੋ ਸਕਦੀਆਂ। ਪਰ ਮੈਂ ਤਾਂ ਆਪਣੀ ਕੰਫਰਟੇਬਿਲਿਟੀ ਵੇਖਣੀ ਹੈ ਨਾ, ਤਾਂ ਹੁਣ ਉਹਨਾਂ ਦੇ ਹੀ ਉਹਦੇ ਵਿੱਚ ਲਿਖਿਆ ਹੋਇਆ ਹੈ, those wives from whom you fear arrogance, first advise them, then if they persist, forsake them in bed and finally strike them। ਨਾਲ ਹੀ ਜਿਹੜਾ ਇੱਕ ਕਮੈਂਟਰੀ ਲਿਖੀ ਹੁੰਦੀ ਉਹਦੇ ਵਿੱਚ ਇਹ ਲਿਖਿਆ ਹੈ as a last resort, so strike them as a last resort, it is unlawful to strike the face or to cause bodily injury। ਇਹ ਮੈਂ ਨਹੀਂ ਬੋਲ ਰਹੀ, ਇਹ ਬਕਾਇਦਾ ਕੁਰਾਨ ਸ਼ਰੀਫ 'ਚ ਲਿਖਿਆ, ਔਰ ਮੈਨੂੰ ਪੰਜਾਬੀ 'ਚ ਦੱਸ ਦਿੰਦੀ ਹਾਂ। ਲਿਖਿਆ ਇਹ ਹੈ ਕਿ ਜਿਹੜੀਆਂ ਵਾਈਫਸ ਆਪਣੇ ਸ਼ੌਹਰ ਦੇ ਅੱਗੇ ਐਰੋਗੈਂਟ ਹੋਣ, ਜਿਹੜੀਆਂ ਐਰੋਗੈਂਸ ਦਿਖਾਉਣ, ਹੈ ਨਾ, ਜ਼ਿੱਦ ਦਿਖਾਉਣ ਜਾਂ ਆਪਣੀ ਗੱਲ ਨਾ ਮੰਨਣ, ਤਾਂ ਉਹਨਾਂ ਨੂੰ ਕਿੱਦਾਂ ਸਮਝਾਉਣਾ। ਉਹਨਾਂ ਨੂੰ ਪਹਿਲਾਂ ਤੁਸੀਂ ਪਿਆਰ ਨਾਲ ਸਮਝਾਓ, ਜੇ ਉਹ ਨਹੀਂ ਸਮਝਦੀਆਂ ਫਿਰ ਉਹਨਾਂ ਨੂੰ ਬੈੱਡ ਦੇ ਵਿੱਚ ਫੋਰਸੇਕ ਕਰ ਦਿਓ ਕਿ ਤੇਰਾ ਬੈੱਡ ਉੱਧਰ, ਮੇਰਾ ਬੈੱਡ ਇੱਧਰ। ਸੋ ਇਸ ਤਰੀਕੇ ਨਾਲ ਯੂ ਜਸਟ ਫੋਰਸੇਕ ਦੈਮ ਇਨ ਬੈੱਡ। ਔਰ ਅਗਰ ਉਹ ਫਿਰ ਵੀ ਨਹੀਂ ਮੰਨਦੀਆਂ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕਰੋ ਕਿ ਉਹਨਾਂ ਨੂੰ ਸਟਰਾਈਕ ਕਰੋ, ਦੈਟ ਇਜ਼ ਤੁਸੀਂ ਉਹਨਾਂ ਨੂੰ ਮਾਰ ਸਕਦੇ ਆ। ਹੁਣ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਲਿਖ ਦਿੱਤੀ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਬਹੁਤ ਜ਼ੋਰ ਦੀ ਮਾਰਨਾ ਜਾਂ ਉਹਨਾਂ ਦੀ ਬੋਡੀ ਦੇ ਉੱਤੇ ਕੋਈ ਇੰਜਰੀ ਹੋ ਜੇ ਜਾਂ ਉਹਨਾਂ ਦੇ ਫੇਸ ਦੇ ਉੱਤੇ ਮਾਰਨਾ, ਇਹ ਵੀ ਨਹੀਂ। ਉਹ ਕਮੈਂਟਰੀ ਦੇ ਵਿੱਚ ਲਿਖਿਆ ਕਿ ਇਹ ਵੀ ਪੋਸੀਬਲ ਨਹੀਂ ਹੈਗਾ, ਇਹ ਵੀ ਅਨਲੌਫੁਲ ਹੈ। ਪਰ ਜਿਹੜਾ ਮਾਰਨਾ ਉਹ ਲਾਸਟ ਰਿਜ਼ੋਰਟ ਹੈ ਕਿ ਤੁਹਾਡੀ ਵਾਈਫ ਤੁਹਾਡੀ ਗੱਲ ਮੰਨ ਹੀ ਨਹੀਂ ਰਹੀ, ਪਰ ਤੁਸੀਂ ਫਿਰ ਉਹਨੂੰ ਮਾਰ ਸਕਦੇ ਹੋ, ਯੂ ਕੈਨ ਸਟਰਾਈਕ ਦੈਮ। ਹੁਣ ਇਹ ਗੱਲ ਉਹਨਾਂ ਨੇ ਕਹੀ ਆ। ਮੈਨੂੰ ਨਹੀਂ ਪਤਾ ਕਿ ਇਹਨੂੰ ਮੁਸਲਿਮ ਵੂਮਨ ਕਿੱਦਾਂ ਲੈਂਦੀਆਂ ਹੋਣਗੀਆਂ ਜਾਂ ਕੋਈ ਵੀ ਕਿੱਦਾਂ ਲਊਗਾ, ਪ੍ਰੋਬੇਬਲੀ ਕਿਸੇ ਨੂੰ ਨਾ ਵੀ ਪ੍ਰੋਬਲਮ ਹੋਵੇ ਇਹਦੇ ਨਾਲ। ਅਗਰ ਮੈਂ ਆਪਣੇ ਆਪ ਨੂੰ ਦੇਖਾਂ, ਹੈ ਨਾ, ਤਾਂ ਮੈਂ ਇਹ ਗੱਲ ਮੰਨੂੰਗੀ ਕਿ ਚਾਹੇ ਮੇਰਾ ਹਸਬੈਂਡ ਔਰ ਸਾਡੇ ਦੋਨਾਂ ਦੇ ਵਿੱਚ ਜਿੱਦਾਂ ਦਾ ਵੀ ਜੋ ਵੀ ਰਿਲੇਸ਼ਨ ਸਾਡੇ ਵਿੱਚ ਕੋਈ ਵੀ ਆਰਗੂਮੈਂਟ ਹੋ ਜੇ, ਉਹ ਮੇਰੀ ਗੱਲ ਨਾ ਮੰਨਣ, ਮੈਂ ਉਹਨਾਂ ਦੀ ਗੱਲ ਨਾ ਮੰਨਾਂ, ਦੈਟ ਇਜ਼ ਅ ਡਿਫਰੈਂਟ ਥਿੰਗ। ਪਰ ਕਿਸੇ ਵੀ ਸੂਰਤ ਦੇ ਵਿੱਚ ਮੇਰੇ ਉੱਤੇ ਹੱਥ ਚੁੱਕਣਾ ਮੇਰੇ ਹਸਬੈਂਡ ਨੂੰ ਜਾਇਜ਼ ਨਹੀਂ ਹੈ। ਮੈਂ ਨਹੀਂ ਮੰਨਦੀ, ਇਹ ਮੇਰੀ ਚੋਇਸ ਆ ਕਿ ਮੈਂ ਆਪਣੇ ਬੱਚਿਆਂ ਨੂੰ,
ਆਪਣੀ ਧੀ ਨੂੰ, ਆਪਣੀਆਂ ਭੈਣਾਂ ਨੂੰ ਹਮੇਸ਼ਾ ਇਹ ਕਹੂੰਗੀ ਕਿ ਤੁਹਾਡਾ ਹਸਬੈਂਡ ਅਗਰ ਤੁਹਾਡੇ ਉੱਤੇ ਪਹਿਲੀ ਵਾਰੀ ਚਾਹੇ ਉਹ ਇੱਕ ਛੋਟਾ ਥੱਪੜ ਮਾਰਦਾ, ਚਾਹੇ ਵੱਡਾ ਥੱਪੜ ਮਾਰਦਾ, ਵੈਨਐਵਰ ਜਦੋਂ ਵੀ ਤੁਹਾਡੇ ਉੱਤੇ ਕੋਈ ਹੱਥ ਚੱਕਦਾ ਨਾ, ਜਸਟ ਰਨ, ਕਿਉਂਕਿ ਉਹ ਰਿਲੇਸ਼ਨ ਨਹੀਂ ਹੈਗਾ ਜਿੱਥੇ ਤੁਹਾਡੇ ਵਿੱਚ ਇੱਕ ਦੂਜੇ ਨਾਲ ਹਾਥਾਪਾਈ ਹੋਣ ਲੱਗ ਜਾਏ। ਔਰ ਬੀਵੀ ਨੂੰ ਸਿਰਫ ਇਸ ਕਰਕੇ ਥੱਪੜ ਮਾਰ ਲੈਣਾ ਕਿਉਂਕਿ ਇਹ ਤਾਂ ਵਾਈਫ ਆ, ਦੈਟ ਇਜ਼ ਡੋਮੈਸਟਿਕ ਵਾਇਲੈਂਸ। ਔਰ ਡੋਮੈਸਟਿਕ ਵਾਇਲੈਂਸ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਉਹਦੇ ਸੱਟਾਂ ਤਾਂ ਲੱਗੀਆਂ ਹੀ ਨਹੀਂ, ਹਜੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ। ਇੰਝ ਨਹੀਂ ਹੁੰਦਾ। ਡੋਮੈਸਟਿਕ ਵਾਇਲੈਂਸ ਮੈਂਟਲ, ਅਗਰ ਤੁਸੀਂ ਆਪਣੀ ਵਾਈਫ ਨੂੰ ਜਾਂ ਵਾਈਫ ਹਸਬੈਂਡ ਨੂੰ ਮੈਂਟਲ ਤੌਰ 'ਤੇ ਵੀ ਟਰੋਮਾਟਾਈਜ਼ ਕਰਦੀ ਹੈ ਤਾਂ ਉਹ ਵੀ ਡੋਮੈਸਟਿਕ ਵਾਇਲੈਂਸ ਹੈ। ਸੋ ਇਹ ਤਾਂ ਫਿਰ ਤੁਸੀਂ ਮਾਰਨ ਦੀ ਗੱਲ ਕਰ ਰਹੇ ਆ। ਸੋ ਮੈਂ ਇਸ ਰਸਤੇ ਨਾਲ ਕੰਫਰਟੇਬਲ ਨਹੀਂ ਹੋਊਂਗੀ। ਕਿਉਂ ਨਹੀਂ ਹੋਊਂਗੀ? ਕਿਉਂਕਿ ਇੱਕ ਪਾਸੇ ਇਹ ਚੀਜ਼ ਹੈ, ਦੂਜੇ ਪਾਸੇ ਮੇਰਾ ਗੁਰੂ ਮੈਨੂੰ ਕੀ ਕਹਿ ਰਿਹਾ ਹੈ। ਮੇਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹੜੀ ਆਪਾਂ ਗੱਲ ਆਮ ਬੋਲਦੇ ਹਾਂ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਕਿਉਂਕਿ ਜਦੋਂ ਆਹ ਵਾਲੀ ਗੱਲ ਆਊਗੀ ਤਾਂ ਇਹਦਾ ਮਤਲਬ ਹੈ ਕਿ ਹਸਬੈਂਡ ਤੁਹਾਨੂੰ ਉਦੋਂ ਹੀ ਮਾਰ ਸਕਦਾ ਜਦੋਂ ਹਸਬੈਂਡ ਨੂੰ ਪਤਾ ਕਿ ਮੈਂ ਸੁਪੀਰੀਅਰ ਹਾਂ, ਤਾਂ ਹੀ ਤੁਸੀਂ ਇਨਫੀਰੀਅਰ ਬੀਇੰਗ ਨੂੰ ਮਾਰ ਸਕਦੇ ਆ ਨਾ। ਅਤੇ ਇੱਕ ਪਾਸੇ ਮੇਰੇ ਪਾਤਸ਼ਾਹ ਨੇ ਜਿਹੜੇ ਇਹ ਕਹਿੰਦੇ ਨੇ ਕਿ ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਹੈ, ਰਾਜਿਆਂ ਨੂੰ ਜਨਮ ਦਿੰਦੀ ਹੈ। ਹੁਣ ਰਾਜੇ ਦੀ ਗੱਲ ਹੀ ਕਿਉਂ ਕੀਤੀ? ਕਿਉਂਕਿ ਰਾਜਾ ਪੂਰੀ ਪ੍ਰਜਾ ਦੇ ਵਿੱਚ ਸਭ ਤੋਂ ਪਾਵਰਫੁਲ ਹੁੰਦਾ ਆ। ਯਾਨੀ ਕਿ ਇੱਕ ਸਟੇਟ ਹੋਵੇ ਜਾਂ ਕੋਈ ਸੁਸਾਇਟੀ ਹੋਵੇ, ਉਹਦੇ ਵਿੱਚ ਜਿਹੜਾ ਰਾਜਾ ਹੈ ਨਾ, ਉਹ ਸਭ ਤੋਂ ਪਾਵਰਫੁਲ ਹੈ। ਔਰ ਜੋ ਪਾਵਰਫੁਲ ਹੈ, ਜੋ ਸਭ ਤੋਂ ਪਾਵਰਫੁਲ ਹੈ, ਉਸ ਨੂੰ ਜਨਮ ਵੀ ਇੱਕ ਔਰਤ ਦਿੰਦੀ ਹੈ, ਤਾਂ ਉਹ ਕਿੰਨੀ ਪਾਵਰਫੁਲ ਹੋਊਗੀ? ਇਹ ਗੱਲ ਆ। ਹੁਣ ਮੈਨੂੰ ਇਹ ਗੱਲ ਟੁੰਬਦੀ ਹੈ। ਇਹਦੇ ਨਾਲ ਹੀ ਕਿਉਂਕਿ ਆਹ ਗੱਲ ਤਾਂ ਆਪਾਂ ਬਹੁਤ ਵਾਰੀ ਕਰਦੇ ਹਾਂ, ਅਗਲੀਆਂ ਕਈ ਗੱਲਾਂ ਆਪਾਂ ਦੱਸਦੇ ਹੀ ਨਹੀਂ। ਉਹਦੇ ਵਿੱਚ ਇਹ ਕਹਿੰਦੇ ਨੇ, ਗੁਰੂ ਮਹਾਰਾਜ ਕਹਿੰਦੇ ਨੇ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਜੋ ਕਿਛ ਕਰਤ ਹੈ, ਜੋ ਤੂੰ ਕਰਦਾ ਹੈ, ਜੋ ਤੇਰੇ ਡੀਡਸ ਨੇ, ਤੂੰ ਉਹੀ ਹੈ। ਜੋ ਕਿਛ ਕਰਤ ਹੈ ਸੋਈ ਕੋਈ ਹੈ। ਜੋ ਇਹ ਨਹੀਂ ਆ ਕਿ ਤੁਸੀਂ ਮੇਲ ਐਂਡ ਯੂ ਆਰ ਅ ਫੀਮੇਲ, ਤੁਹਾਡਾ ਕੋਈ ਜੈਂਡਰ ਡਿਫਰੈਂਸ ਆ, ਨਹੀਂ। ਤੁਸੀਂ ਉਹ ਹੁੰਦੇ ਹੋ ਜੋ ਤੁਸੀਂ ਕੰਮ ਕਰਦੇ ਆ, ਤੁਸੀਂ ਆਪਣੇ ਡੀਡਸ ਦੇ ਬਣਦੇ ਆ, ਤੁਸੀਂ ਆਪਣੇ ਜੈਂਡਰ ਦੇ ਨਹੀਂ ਬਣਦੇ। ਇਸਤਰੀ ਪੁਰਖ ਹੋਏ ਕਹਿ ਕੀਆ ਓਏ ਕਰਮ ਕਮਾਹੀ। ਕਿ ਚਾਹੇ ਇਸਤਰੀ ਪੁਰਖ ਹੋ ਕੇ ਕੁਛ ਨਹੀਂ ਹੁੰਦਾ, ਤੁਸੀਂ ਇਸਤਰੀ ਹੋ, ਪੁਰਖ ਹੋ, ਬਟ ਅਗਰ ਤੁਹਾਡੇ ਡੀਡਸ ਵਧੀਆ ਨਹੀਂ ਹੈਗੇ, ਤੁਸੀਂ ਉੱਚੀ ਨੀਚੀ ਦੀ ਗੱਲ ਹੀ ਨਹੀਂ ਕਰ ਸਕਦੇ। ਉੱਚਾ ਕੌਣ? ਜਿਹਦੇ ਕਰਮ ਉੱਚੇ। ਨੀਚਾ ਕੌਣ? ਜਿਹਦੇ ਕਰਮ ਨੀਚੇ। ਬਸ ਇੰਨੀ ਕੁ ਗੱਲ ਜਿਹੜੀ ਉਹ ਮੇਰੇ ਪਾਤਸ਼ਾਹ ਕਹਿੰਦੇ ਨੇ। ਹੁਣ ਮੈਂ ਇਹਦੇ ਨਾਲ ਜ਼ਿਆਦਾ ਕੰਫਰਟੇਬਲ ਹਾਂ ਕਿਉਂਕਿ ਇਹ ਚੀਜ਼ ਮੈਨੂੰ ਔਰਤ ਹੋਣ ਦੇ ਬਾਵਜੂਦ ਵੀ ਪੂਰੇ ਹੱਕ ਦਿੰਦੀ ਆ। ਇਹ ਚੀਜ਼ ਮੈਨੂੰ ਇਹ ਕਹਿੰਦੀ ਆ ਕਿ ਤੂੰ ਆਪਣੇ ਹੱਕਾਂ ਲਈ ਵੀ ਲੜ ਸਕਦੀ ਆ। ਇਹ ਚੀਜ਼ ਮੈਨੂੰ ਇਹ ਕਹਿੰਦੀ ਆ ਕਿ ਤੂੰ ਕਿਸੇ ਮਰਦ ਨਾਲੋਂ ਕਿਤੋਂ ਵੀ ਘੱਟ ਨਹੀਂ ਹੈਗੀ। ਹੁਣ ਇੱਕ ਪਾਸੇ ਇਹ ਗੱਲ ਆ, ਦੂਸਰੇ ਪਾਸੇ ਇਹ ਗੱਲ ਆ ਕਿ ਤੇਰਾ ਹਸਬੈਂਡ ਤੈਨੂੰ ਮਾਰ ਵੀ ਸਕਦਾ ਆ, ਬੇਸ਼ੱਕ ਤੇਰੇ ਸੱਟਾਂ ਨਹੀਂ ਲੱਗਣਗੀਆਂ, ਤਾਂ ਮੈਂ ਤਾਂ ਉਹ ਰਸਤਾ ਨਹੀਂ ਲਊਂਗੀ। ਮੈਂ ਤਾਂ ਉਹ ਰਸਤਾ ਲਊਂਗੀ ਕਿਉਂਕਿ ਮੈਂ ਕੰਫਰਟੇਬਲ ਇਸ ਰਸਤੇ ਨਾਲ ਹਾਂ। ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਔਰਤ ਨੂੰ ਉਹ ਰਸਤਾ ਲੈਣਾ ਚਾਹੀਦਾ। ਪਰ ਇਹ ਜਿਨ੍ਹਾਂ ਦੇ ਧਰਮ ਦੀ ਗੱਲ ਆ, ਉਹਨਾਂ ਨੂੰ ਉਹਨਾਂ ਦਾ ਖੂਬ, ਹਮ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ ਵਾਲੀ ਗੱਲ ਆ। ਹੁਣ ਉਸ ਤੋਂ ਬਾਅਦ ਜਿੱਦਾਂ ਮੈਂ ਆਪਣੀ ਵਾਲੀ ਗੱਲ ਕਰਦੀ ਹਾਂ, ਐਗਜ਼ਾਮਪਲ ਮੈਂ ਕ੍ਰਿਸਚਨਸ ਦੀ ਦਿੱਤੀ ਸੀਗੀ ਕਿ ਮੇਰੀ ਕ੍ਰਿਸਚਨ ਫਰੈਂਡ ਸੀ, ਉਹਨੇ ਮੈਨੂੰ ਇਹੀ ਗੱਲ ਕਹੀ ਸੀ ਕਿ ਤੁਸੀਂ ਫਿਰ ਜੇ ਸਾਰੇ ਧਰਮ ਇੱਕੋ ਜਿਹੇ ਆ ਤਾਂ ਫਿਰ ਤੁਸੀਂ ਸਾਡਾ ਕਿਉਂ ਨਹੀਂ ਅਪਣਾ ਲੈਂਦੇ। ਹੁਣ ਗੱਲ ਇਹ ਆ ਕਿ ਐਗਜ਼ੈਕਟਲੀ ਜਿੱਦਾਂ ਦਾ ਮੈਂ ਤੁਹਾਨੂੰ ਆਹ ਲਾਈਨ ਪੜ੍ਹ ਕੇ ਸੁਣਾਈ ਆ, ਬਿਲਕੁਲ ਇੱਦਾਂ ਦਾ ਹੀ, ਕਿਉਂਕਿ ਵੀ ਜਿਹੜੀਆਂ ਸਲੇਵ ਵੂਮਨ ਇਹਨਾਂ ਦੀ ਗੱਲ ਕਰਦੀ ਆ। ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ, ਜਿੱਦਾਂ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਔਰਤਾਂ ਲਈ ਬਹੁਤ ਕੁਝ ਚੰਗਾ ਵੀ ਲਿਖਿਆ ਹੋਇਆ। ਇਹ ਨਹੀਂ ਕਿ ਸਾਰਾ ਕੁਝ ਮਾੜਾ ਮਾੜਾ ਹੀ ਹੈ, ਬਹੁਤ ਕੁਝ ਚੰਗਾ ਵੀ ਲਿਖਿਆ ਹੋਇਆ। ਦੇ ਵਿੱਚ ਵੀ ਬਹੁਤ ਕੁਝ ਚੰਗਾ ਲਿਖਿਆ ਹੋਇਆ। ਬਟ ਜਿਹੜੀ ਇਫ ਆਈ ਐਮ ਨੋਟ ਰੋਂਗ ਤਾਂ ਉਹ ਬੁੱਕ ਆਫ ਨੰਬਰਸ ਹੈ। ਸ਼ਾਇਦ ਅਗਰ ਮੈਂ ਗਲਤ ਨਹੀਂ ਹਾਂ ਤਾਂ ਚੈਪਟਰ ਨੰਬਰ 31 ਹੋਊਗਾ ਐਂਡ ਇਟਸ ਵਰਸ ਨੰਬਰ 17 ਅਗਰ ਮੈਂ ਗਲਤ ਨਹੀਂ ਹਾਂ। ਅਤੇ ਕਿਉਂਕਿ ਮੈਂ ਕਿਤੇ ਲਿਖਿਆ ਨਹੀਂ ਹੋਇਆ, ਇਸ ਕਰਕੇ ਹੋ ਸਕਦਾ ਮੈਂ ਕਿਤੇ ਥੋੜ੍ਹਾ ਬਹੁਤ ਇੱਧਰ ਉੱਧਰ ਨੰਬਰ ਜਾਂ ਚੈਪਟਰ ਦੇ ਵਿੱਚ ਫ਼ਰਕ ਪੈ ਰਿਹਾ ਹੋਵੇ, ਪਰ ਉਹ ਹੈ ਬੁੱਕ ਆਫ ਨੰਬਰਸ ਦੇ ਵਿੱਚ ਹੀ ਆ। ਹੁਣ ਉਹਦੇ 'ਚ ਇਹ ਗੱਲ ਲਿਖੀ ਹੋਈ ਆ ਕਿ ਜਦੋਂ ਲੜਾਈ ਹੁੰਦੀ ਆ ਐਂਡ ਦੈਨ ਉਹਦੇ 'ਚ ਉਹਨਾਂ ਨੇ ਸਾਫ਼ ਲਿਖਿਆ ਆ ਕਿ ਜਿਹੜੇ ਫੀਮੇਲਸ, ਜਿਹੜੇ ਮੇਲ ਐਂਡ ਫੀਮੇਲ ਜਿਹੜੀਆਂ ਵਿਆਹੀਆਂ ਹੋਈਆਂ ਆ ਔਰ ਉਹਨਾਂ ਦੇ ਬੱਚੇ, ਉਹਨਾਂ ਨੂੰ ਮਾਰ ਦਿਓ, ਬਟ ਕੀਪ ਦ ਵਰਜਨਸ ਫॉर ਯੋਰ ਸੈਲਫ। ਤੁਸੀਂ ਜਿਹੜੀਆਂ ਕੁਆਰੀਆਂ ਕੁੜੀਆਂ ਉਹਨਾਂ ਨੂੰ ਆਪਣੇ ਵਾਸਤੇ ਰੱਖ ਲਿਓ।
ਹੁਣ ਇਹ ਇੱਕ ਪਾਸੇ ਤਾਂ ਇਹ ਗੱਲ ਆ ਕਿ ਉਹ ਜਿਹੜੀਆਂ ਵਰਜਨ ਲੇਡੀਜ਼ ਆ, ਜਿਹੜੀਆਂ ਕੁਵਾਰੀਆਂ ਕੁੜੀਆਂ ਆ, ਉਹਨਾਂ ਨੂੰ ਉਹ ਵਾਰ ਬੂਟੀ ਮੰਨ ਰਹੇ ਆ ਕਿ ਇਹਨਾਂ ਨੂੰ ਐਜ਼ ਅ ਵਾਰ ਬੂਟੀ। ਬੇਸ਼ੱਕ ਉਸ ਤੋਂ ਬਾਅਦ ਇਹੀ ਗੱਲ ਹੋਵੇ ਕਿ ਤੁਸੀਂ ਇਹਨਾਂ ਨਾਲ ਵਿਆਹ ਕਰਕੇ ਤੁਸੀਂ ਘਰ ਬਸਾਓ, ਪਰ ਫਿਰ ਜਿਹੜੀਆਂ ਮੈਰਿਡ ਲੇਡੀਜ਼ ਸੀਗੀਆਂ ਉਹਨਾਂ ਨੂੰ ਕਿਉਂ ਨਹੀਂ ਜੀਣ ਦਾ ਹੱਕ ਸੀ। ਸੋ ਜਿਹੜੀਆਂ ਕੁਵਾਰੀਆਂ ਹੈ ਉਹਨਾਂ ਨੂੰ ਵਾਰ ਬੂਟੀ ਮੰਨਿਆ ਜਾ ਰਿਹਾ। ਇੱਕ ਪਾਸੇ ਤਾਂ ਇਹ ਗੱਲ ਆ, ਦੂਸਰੇ ਪਾਸੇ ਮੇਰੇ ਗੁਰੂ ਪਾਤਸ਼ਾਹ ਸਾਨੂੰ ਹੁਕਮ ਕੀ ਦਿੰਦੇ ਆ। ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਹੈ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਮੰਨਦੇ ਹਾਂ। ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਉਹ ਕਹਿੰਦੇ ਨੇ, ਸਿੱਖ ਕਹਿ ਕਰੇ। ਸਿੱਖ ਕੀ ਕਰੇ ਮਤਲਬ ਹੈ ਨਾ, ਉਹ ਕਹਿੰਦੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਮੇਰੇ ਗੁਰੂ ਦਾ ਫਲਸਫਾ ਹੈ ਕਿ ਤੁਸੀਂ ਅਗਰ ਪਰਾਈਆਂ ਇਸਤਰੀਆਂ, ਬਹੁਤ ਤੁਹਾਨੂੰ ਕੋਈ ਖੂਬਸੂਰਤ ਇਸਤਰੀ ਵੀ ਲੱਭ ਜਾਂਦੀ ਹੈ ਨਾ, ਤਾਂ ਉਹਨੂੰ ਦੇਖ ਕੇ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਮੇਰੇ ਗੁਰੂ ਦਾ ਫਲਸਫਾ। ਹੁਣ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬੇਸ਼ੱਕ ਉਸ ਪਰਮਾਤਮਾ ਤੱਕ ਜਿਹਦਾ ਰੂਪ ਵੀ ਨਹੀਂ, ਰੰਗ ਵੀ ਨਹੀਂ, ਰੇਖ ਵੀ ਨਹੀਂ, ਔਰ ਕ੍ਰਿਸਚਨਸ ਵੀ ਇਹਨੂੰ ਮੰਨਦੇ ਆ ਔਰ ਮੁਸਲਿਮਸ ਵੀ ਮੰਨਦੇ ਆ ਕਿ ਉਹ ਜੋ ਇੱਕ ਪਰਮਾਤਮਾ ਹੈ ਉਹਦੀ ਕੋਈ ਮੂਰਤ ਨਹੀਂ ਹੈ ਨਾ। ਮੁਸਲਮਾਨ ਤਾਂ ਇਹਨੂੰ ਮੰਨਦੇ ਆ ਕਿ ਉਹਦੀ ਕੋਈ ਮੂਰਤ ਨਹੀਂ, ਉਹਦੀ ਕੋਈ ਫੋਟੋ ਨਹੀਂ, ਉਹਦੀ ਉਹਦਾ ਕੋਈ ਆਕਾਰ ਨਹੀਂ, ਇਹ ਮੰਨਦੇ ਆ। ਹੁਣ ਉਸ ਪਰਮਾਤਮਾ ਤੱਕ ਪਹੁੰਚਣ ਲਈ ਚਾਹੇ ਜਿਹੜਾ ਮਰਜ਼ੀ ਰਸਤਾ ਜਾਂਦਾ ਹੋਵੇ, ਪਰ ਉਸ ਰਸਤੇ 'ਤੇ ਜਾਣ ਦੇ ਕੁਛ ਰੂਲ ਨੇ, ਕੁਛ ਨਿਯਮ ਨੇ। ਸਭ ਤੋਂ ਬੈਸਟ ਰਸਤਾ ਮੇਰੇ ਲਈ ਕਿਹੜਾ ਹੋਊਗਾ, ਉਹ ਇਹ ਹੋਊਗਾ ਜਦੋਂ ਜਿਹੜਾ ਮੈਨੂੰ ਇਹ ਕਹੂਗਾ ਕਿ ਤੂੰ ਬਰਾਬਰ ਹੈ, ਤੂੰ ਆਦਮੀ ਦੇ ਬਿਲਕੁਲ ਬਰਾਬਰ ਹੈ, ਤੈਨੂੰ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ ਆਂਕਿਆ ਜਾ ਸਕਦਾ, ਕਿਸੇ ਵੀ ਆਦਮੀ ਦੀ ਇਹ ਜੁਰਤ ਨਹੀਂ ਕਿ ਤੇਰੇ 'ਤੇ ਹੱਥ ਚੁੱਕੇ। ਉਸ ਤੋਂ ਅਗਲੀ ਗੱਲ, ਇੱਕ ਹੋਰ ਗੱਲ ਬੜੀ ਜਿਹੜੀ ਮੈਨੂੰ ਖੂਬਸੂਰਤ ਲੱਗਦੀ ਹੁੰਦੀ ਆ, ਉਹ ਇਹ ਹੈ ਕਿ ਭਾਰਤੀ ਸੱਭਿਅਤਾ ਦੇ ਵਿੱਚ, ਕਿਉਂਕਿ ਉਸ ਜਗ੍ਹਾ ਦੇ ਉੱਤੇ ਜਿੱਥੇ ਸਾਰੇ ਆਪਣੇ ਜਿਹੜੇ ਰਿਲੀਜਨਸ ਦਾ ਮੈਂ ਨਾਮ ਪਹਿਲਾਂ ਲਿਆ, ਸਿੱਖ ਹੋ ਗਏ, ਜੈਨ ਹੋ ਗਏ, ਬੁੱਧਿਸਟ ਹੋ ਗਏ, ਹਿੰਦੂ ਹੋ ਗਏ, ਜਿਹੜੇ ਉੱਥੋਂ ਪਨਪੇ ਆ, ਉਸ ਸੱਭਿਅਤਾ ਦੇ ਵਿੱਚ ਪਤੀ ਨੂੰ ਪਰਮੇਸ਼ਵਰ ਮੰਨਿਆ ਜਾਂਦਾ ਸੀ। ਆਦਮੀ ਜਿਹੜਾ ਹੈ ਉਹ ਪਰਮੇਸ਼ਵਰ ਦੀ ਥਾਂ ਦੇ ਉੱਤੇ ਹੁੰਦਾ ਸੀ, ਔਰ ਔਰਤ ਜਿਹੜੀ ਆ ਉਹ ਉਹਦੀ ਫਿਰ ਦਾਸੀ ਦੀ ਥਾਂ ਦੇ ਉੱਤੇ ਹੁੰਦੀ ਸੀ। ਸੋ ਮਤਲਬ ਇੱਕ ਹਾਇਰਾਰਕੀ ਸੀ। ਹੁਣ ਮੇਰੇ ਗੁਰੂ ਪਾਤਸ਼ਾਹ, ਜਦੋਂ ਮੇਰਾ ਬਾਬਾ ਨਾਨਕ ਆਉਂਦਾ ਹੈ, ਅਤੇ ਉਹ ਕੀ ਕਹਿੰਦੇ ਆ, ਉਹ ਕਹਿੰਦੇ ਆ ਕਿ ਜੇ ਇਹੋ ਜਿਹੀ ਕੋਈ ਹਾਇਰਾਰਕੀ ਹੈ ਨਾ, ਉਹ ਫਿਰ ਸਾਨੂੰ ਇੱਕ ਐਸਾ ਫਲਸਫਾ ਦੇ ਦਿੰਦੇ ਆ। ਉਹ ਕਹਿੰਦੇ ਕਿ ਜੇ ਐਸੀ ਕੋਈ ਹਾਇਰਾਰਕੀ ਹੈ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਪਤੀ ਹੈ ਨਾ, ਜੇ ਪਤੀ ਪਰਮਾਤਮਾ ਹੋ ਸਕਦਾ ਤਾਂ ਫਿਰ ਇਹ ਜਿੰਨੀਆਂ ਵੀ ਜੀਵ ਆਤਮਾਵਾਂ ਤੁਰੀਆਂ ਫਿਰਦੀਆਂ, ਚਾਹੇ ਉਹ ਆਦਮੀ ਨੇ, ਚਾਹੇ ਉਹ ਔਰਤਾਂ ਨੇ, ਚਾਹੇ ਉਹ ਥਰਡ ਜੈਂਡਰ ਹੈ, ਜਿੰਨੇ ਵੀ ਲੋਕ ਤੁਰੇ ਫਿਰਦੇ, ਉਹ ਸਾਰੀਆਂ ਹੀ ਇਸਤਰੀਆਂ ਹੈ। ਫਿਰ ਉਹਨਾਂ ਦਾ ਸਿਰਫ ਇੱਕ ਪਤੀ ਹੈ, ਉਹ ਪਰਮਾਤਮਾ ਹੈ। ਆਦਮੀ ਔਰ ਔਰਤ ਜਿਹੜੇ ਖੜੇ ਆ, ਮੈਂ ਐਂਡ ਮੇਰੇ ਹਸਬੈਂਡ, ਤੁਸੀਂ ਔਰ ਤੁਹਾਡੇ ਹਸਬੈਂਡ ਜਾਂ ਤੁਹਾਡੀ ਵਾਈਫ, ਉਹ ਦੋਨੋਂ ਠੀਕ ਆ, ਬਾਇਓਲੋਜੀਕਲੀ ਤੁਸੀਂ ਡਿਫਰੈਂਟ ਨਜ਼ਰ ਆਉਂਦੇ ਆ, ਪਰ ਗੁਰਬਾਣੀ ਦੇ ਅਕੋਰਡਿੰਗ ਤੁਸੀਂ ਦੋਨੋਂ ਹੀ ਇਸਤਰੀਆਂ ਹੋ, ਚਾਹੇ ਤੁਸੀਂ ਪਤੀ ਹੋ, ਚਾਹੇ ਤੁਸੀਂ ਪਤਨੀ ਹੋ, ਯਾਨੀ ਕਿ ਤੁਸੀਂ ਦੋਨੋਂ ਇੱਕ ਬਰਾਬਰ ਹੋ। ਔਰ ਜੇ ਤੁਹਾਡੇ ਉੱਤੇ ਕੋਈ ਸੁਪਰੀਮ ਹੈ ਤਾਂ ਉਹ ਕੌਣ ਹੈ? ਉਹ ਇੱਕ ਪਰਮਾਤਮਾ ਹੈ। ਪਤੀ ਸਿਰਫ ਉਹ ਇੱਕ ਪਰਮਾਤਮਾ। ਇਹ ਪੂਰੀ ਗੁਰਬਾਣੀ ਸਾਡੀ, ਜਦੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿੱਥੋਂ ਮਰਜ਼ੀ ਦੇਖ ਲਈਏ, ਤਾਂ ਉਹ ਸਾਰੀ ਉਚਾਰੀ ਹੀ ਇਸ ਤਰੀਕੇ ਨਾਲ ਗਈ ਹੈ ਕਿ ਜੀਵ ਆਤਮਾ ਜਿਹੜੀ ਹੈ ਉਹ ਪਤਨੀ ਹੈ, ਅਤੇ ਜੇ ਪਤੀ ਕੋਈ ਹੈ ਤਾਂ ਉਹ ਪਰਮਾਤਮਾ ਹੈ। ਹੁਣ ਇਸ ਤਰ੍ਹਾਂ ਦੀ ਮੈਨੂੰ ਮੇਰੇ ਸਤਿਗੁਰੂ ਜਿਹੜੇ ਨੇ, ਮੇਰੇ ਪਾਤਸ਼ਾਹ, ਮੈਨੂੰ ਇਸ ਤਰ੍ਹਾਂ ਦੀ ਇਕੁਐਲਿਟੀ ਦਿੰਦੇ ਆ, ਤਾਂ ਮੇਰੇ ਵਾਸਤੇ ਕੰਫਰਟੇਬਲ ਰਸਤਾ ਕਿਹੜਾ ਹੋਇਆ? ਇਹ ਜਿਹੜਾ ਕੁਐਸਚਨ ਸੀਗਾ, ਇਹ ਇਸ ਕਰਕੇ ਲੈਣਾ ਬੜਾ ਜ਼ਰੂਰੀ ਸੀ ਕਿਉਂਕਿ ਇਹ ਸਵਾਲ, ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਫਿਰ ਕਹਿ ਰਹੀ ਹਾਂ ਕਿ ਇਹ ਸਵਾਲ ਸਾਡੇ ਬੱਚਿਆਂ ਨੂੰ ਬਾਰ-ਬਾਰ ਕੀਤਾ ਜਾਂਦਾ, ਸਕੂਲਾਂ ਦੇ ਵਿੱਚ, ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਕੀਤਾ ਜਾਂਦਾ। ਮੇਰੇ ਕੋਲ ਵੀ ਆਇਆ ਤਾਂ ਮੈਂ ਆਪ ਨਹੀਂ ਲਿਖਿਆ, ਰਣਦੀਪ ਕੌਰ ਜੀ ਨੇ ਮੈਨੂੰ ਲਿਖ ਕੇ ਭੇਜਿਆ, ਜਦ ਕਿ ਇਸ ਸਵਾਲ ਨੂੰ ਮੈਂ ਵੀ ਇੱਕ ਵਾਰੀ ਝੱਲ ਚੁੱਕੀ ਹਾਂ, ਹੈ ਨਾ। ਤਾਂ ਇਸ ਕਰਕੇ ਕੁਐਸਚਨ ਨੂੰ ਕਿੱਦਾਂ ਟੈਕਲ ਕਰਨਾ ਆ, ਉਹ ਦੱਸਣਾ ਬਹੁਤ ਜ਼ਰੂਰੀ ਸੀ, ਔਰ ਮੈਂ ਨਹੀਂ ਸੀ ਚਾਹੁੰਦੀ ਕਿ ਇਹ ਬਹੁਤ ਲੰਬਾ ਸਮਾਂ ਪੈ ਜੇ ਇਹਨੂੰ ਦੱਸਣ ਤੋਂ ਪਹਿਲਾਂ। ਇਸ ਕਰਕੇ ਇਹ ਕੁਐਸਚਨ ਅੱਜ ਜਿਹੜਾ ਇਹਦਾ ਆਨਸਰ ਕਰਨਾ ਬਹੁਤ ਜ਼ਰੂਰੀ ਸੀਗਾ। ਖੈਰ, ਇੰਨੀਆਂ ਗੱਲਾਂ ਕਰਦੀ ਹੋਈ, ਕਿਉਂਕਿ ਅੱਜ ਇੱਕ ਸਵਾਲ ਦਾ ਇਹਦਾ ਜਵਾਬ ਲੰਬਾ ਹੀ ਹੋਣਾ ਸੀਗਾ, ਅਤੇ ਇਸ ਕਰਕੇ ਮੈਨੂੰ ਥੋੜ੍ਹਾ ਟਾਈਮ ਇਹਦੇ 'ਤੇ ਲੱਗਣਾ ਸੀ। ਪਰ ਆਪਾਂ ਅਗਲਾ ਜਿਹੜਾ ਐਪੀਸੋਡ ਆ, ਉਹ ਆਪਾਂ ਨੋਰਮਲ ਜੋ ਆਪਾਂ ਅਰਦਾਸ ਦੀ ਗੱਲ ਕਰ ਰਹੇ ਹਾਂ, ਆਪਾਂ ਉਸੇ ਨੂੰ ਅੱਗੇ ਵਧਾਵਾਂਗੇ। ਅੱਜ ਦਾ ਜਿਹੜਾ ਐਪੀਸੋਡ ਹੈ ਉਹ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ ਜੀ। ਤੁਸੀਂ ਮੈਨੂੰ ਜ਼ਰੂਰ ਲਿਖਿਓ, ਔਰ ਅਕਾਲ ਚੈਨਲ ਦੇ ਜਿਹੜਾ ਕਿਰਦਾਰੇ ਖਾਲਸਾ ਦਾ ਈਮੇਲ ਹੈ, ਤੁਸੀਂ ਉਹਦੇ 'ਤੇ ਮੈਨੂੰ ਲਿਖ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੇ ਇਸ ਜਿਹੜਾ ਮੈਂ ਡੀਲ ਕੀਤਾ, ਇਸ ਆਨਸਰ ਨੂੰ, ਇਹਦੇ ਵਿੱਚ ਕੀ ਕਮੀਆਂ
ਪੇਸ਼ੀਆਂ ਲੱਗੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਇਹਦੇ 'ਚ ਕੀ ਹੋਰ ਐਡ ਕੀਤਾ ਜਾ ਸਕਦਾ ਤਾਂ ਕਿ ਸਾਡੇ ਬੱਚਿਆਂ ਕੋਲ ਜਵਾਬ ਹੋਣ, ਹੈ ਨਾ, ਪ੍ਰੋਪਰ ਜਵਾਬ ਹੋਣ। ਅਗਰ ਮੈਂ ਜਾਣੇ ਅਣਜਾਣੇ ਕਿਸੇ ਵੀ, ਕਿਉਂਕਿ ਹੋ ਸਕਦਾ ਇਸ ਪ੍ਰੋਗਰਾਮ ਨੂੰ ਕੋਈ ਮੁਸਲਮਾਨ ਭੈਣ ਭਰਾ ਵੀ ਦੇਖਦੇ ਹੋਣ, ਕੋਈ ਕ੍ਰਿਸਚਨ ਭੈਣ ਭਰਾ ਵੀ ਦੇਖਦੇ ਹੋਣ, ਅਗਰ ਮੈਂ ਉਹਨਾਂ ਦਾ ਦਿਲ ਦੁਖਾਇਆ ਹੋਵੇ ਤਾਂ ਮੈਂ ਬਿਲਕੁਲ ਖਿਮਾ ਦੀ ਜਾਚਕ ਹਾਂ ਜੀ। ਪਰ ਮੇਰਾ ਕਿਸੇ ਦਾ ਦਿਲ ਦਿਖਾਉਣ ਦਾ ਮਤਲਬ ਨਹੀਂ, ਪਰ ਜਦੋਂ ਸਾਡੇ ਬੱਚਿਆਂ ਨੂੰ ਸਵਾਲ ਕੀਤੇ ਜਾਣਗੇ ਤਾਂ ਫਿਰ ਸਾਨੂੰ ਜਵਾਬ ਦੇਣੇ ਪੈਣਗੇ। ਉਸ ਤੋਂ ਬਿਨਾਂ ਬਾਰ-ਬਾਰ ਮੈਂ ਕਹਿੰਦੀ ਹਾਂ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਬੜਾ ਹਰ ਇੱਕ ਰਿਲੀਜਨ ਦਾ, ਹਰ ਇੱਕ ਮਤ ਦਾ, ਹਰ ਇੱਕ ਧਰਮ ਗੁਰੂ ਦਾ ਬਹੁਤ ਸਤਿਕਾਰ ਹੈ, ਔਰ ਅਸੀਂ ਕਦੀ ਕਿਸੇ ਦੇ ਉੱਤੇ ਕੋਈ ਟੀਕਾ ਟਿੱਪਣੀ ਨਹੀਂ ਕਰਦੇ। ਸਾਡਾ ਕਰਨਾ ਫਰਜ਼ ਵੀ ਨਹੀਂ ਬਣਦਾ, ਕਿਉਂਕਿ ਜੇ ਅਸੀਂ ਆਪਣੇ ਧਰਮ ਨੂੰ ਬਹੁਤ ਉੱਚਾ ਸੁੱਚਾ ਮੰਨਦੇ ਹਾਂ ਤਾਂ ਅਸੀਂ ਇਹ ਵੀ ਮੰਨਦੇ ਹਾਂ ਕਿ ਅਗਲਾ ਵੀ ਆਪਣੇ ਧਰਮ ਨੂੰ ਇਸ ਤਰ੍ਹਾਂ ਹੀ ਮੰਨਦਾ ਹੋਊਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਮੈਨੂੰ ਦਿਓ ਇਜਾਜ਼ਤ, ਅਗਲੀ ਵਾਰੀ ਆਪਾਂ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।